ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਅੱਜ ਵਿਸ਼ੇਸ਼ ਪ੍ਰੈਸ ਵਾਰਤਾ ਕੀਤੀ ਗਈ। ਕਿਸਾਨ ਅੰਦੋਲਨ ਨੂੰ ਲੈ ਕੇ ਬੀਜੇਪੀ ਦੇ ਉੱਤੇ ਜੰਮ ਕੇ ਹਮਲਾ ਕਰਦੇ ਹੋਏ ਗੁਰਜੀਤ ਸਿੰਘ ਔਜਲਾ ਨਜ਼ਰ ਆਏ ਨੇ। ਇਹਨਾਂ ਵੱਲੋਂ ਇੱਕ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਬੁੱਕ ਵੀ ਜਿਹੜੀ ਆ ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੀ ਗਈ। ਗੁਰਜੀਤ ਸਿੰਘ ਔਜਲਾ ਸਾਡੇ ਨਾਲ ਗੱਲਬਾਤ ਕਰ ਲੈਂਦੇ ਆ। ਔਜਲਾ ਸਾਹਿਬ, ਅੱਜ ਇੱਕ ਬੁੱਕ ਜਿਹੜੀ ਜਾਰੀ ਕੀਤੀ ਗਈ, ਆਖਿਰਕਾਰ ਕੀ ਹੈ ਇੱਕ ਬੁੱਕ ਦੇ ਵਿੱਚ ਤੇ ਜਿਹੜੀ ਪ੍ਰੈਸ ਵਾਰਤਾ ਕੀਤੀ ਗਈ ਹੈ, ਕੀ ਮੁੱਦੇ ਰਹਿ ਗਏ? ਇਹਦੇ 'ਚ ਜਿਹੜਾ ਮੇਨ ਚੀਜ਼ ਸੀ ਉਹ ਇਹ ਹੈ ਕਿ 2014 ਤੋਂ ਜਦੋਂ ਪਹਿਲੋਂ ਗਵਰਨਮੈਂਟ ਐਨਡੀਏ ਸਰਕਾਰ ਨੇ ਬਣਾਈ ਹੈ, ਬਹੁਤ ਵੱਡੇ ਵਾਅਦੇ ਕੀਤੇ, ਜਿਹਦਾ 15 ਲੱਖ ਤੁਹਾਨੂੰ ਹਰ ਪਰਿਵਾਰ ਨੂੰ ਮਿਲੇਗਾ। ਇਸੇ ਤਰ੍ਹਾਂ ਕਿਸਾਨ ਮਜ਼ਦੂਰ, ਕਿਉਂਕਿ ਸਾਡੀ ਬਹੁਤੀ ਆਬਾਦੀ ਜਿਹੜੀ ਉਹ ਪਿੰਡਾਂ ਦੇ ਵਿੱਚ ਹੈ, ਉਹਨਾਂ ਨੂੰ ਲੁਭਾਉਣ ਵਾਸਤੇ ਇਹਨਾਂ ਨੇ ਕਿਹਾ ਕਿ ਤੁਹਾਡੀ ਆਮਦਨ ਜਿਹੜੀ ਉਹ ਦੁੱਗਣੀ ਕਰ ਦਿੱਤੀ ਜਾਊਗੀ। ਸੋ ਅਸੀਂ ਉਹਦੇ 'ਤੇ ਸਾਡੀ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸਾਡੀ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸਾਰੇ ਦਫ਼ਤਰਾਂ ਦੇ ਵਿੱਚ ਅੱਜ ਇੱਕ ਕਿਤਾਬਚਾ ਲਾਂਚ ਕੀਤਾ ਗਿਆ ਹੈ, ਆਮਦਨੀ ਨਾ ਹੋਈ ਦੁੱਗਣੀ, ਦਰਦ 100 ਗੁਣਾ। ਦਰਦ ਕਾਹਦਾ ਆ ਉਹ ਇਸ ਕਿਤਾਬ ਦੇ ਵਿੱਚ ਲਿਖਿਆ। ਇਹ ਅਸੀਂ ਸਾਰੇ ਪਿੰਡਾਂ ਦੇ ਵਿੱਚ ਪੰਜਾਬੀ ਦੇ ਵਿੱਚ ਛਾਪ ਕੇ ਸਾਰਾ ਅਸੀਂ ਭੇਜ ਰਹੇ ਹਾਂ। ਸਾਰੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਲੋਕ ਪੜ੍ਹਨਗੇ, ਇਹਨੂੰ ਚਿੱਥਣਗੇ, ਸੋਚਣਗੇ ਕਿ ਜਿਹੜੀਆਂ ਇਹ ਬਸਾਤ ਜਿਹੜੀਆਂ ਵਿਛਾਈਆਂ ਗਈਆਂ ਸੀ, ਜਿਹੜੇ 3 ਕਾਲੇ ਕਾਨੂੰਨਾਂ ਦੀਆਂ, ਉਹ ਕਿੱਥੋਂ ਸ਼ੁਰੂ ਹੁੰਦੀਆਂ ਨੇ, ਉਹਦੀਆਂ ਜੜ੍ਹਾਂ ਤੇ ਕਿੱਥੋਂ ਤੱਕ ਗਈਆਂ ਨੇ, ਉਹ ਸਾਰਾ ਚੀਜ਼ਾਂ ਇਹਦੇ 'ਚ ਰੱਖਿਆ ਗਿਆ ਹੈ। ਔਜਲਾ ਸਾਹਿਬ, ਇੱਥੇ ਸਵਾਲ ਇੱਕ ਇਹ ਪੈਦਾ ਹੁੰਦਾ ਕਿ ਪੰਜਾਬ ਵਿਧਾਨ ਸਭਾ ਇਲੈਕਸ਼ਨਾਂ ਕੁਛ ਹੀ ਦਿਨ ਬਾਕੀ ਰਹਿ ਗਿਆ ਤੇ ਇਹ ਜਿਹੜਾ ਪੈਂਪਲੇਟ ਸਾਡੇ ਵੱਲੋਂ ਜਿਹੜਾ ਜਾਰੀ ਕਰ ਦਿੱਤਾ ਗਿਆ, ਆਖਿਰਕਾਰ ਹੋਣੀ ਕਿਉਂ? ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਕੀ ਵੋਟ ਬੈਂਕ ਮਜ਼ਬੂਤ ਕਰਨ ਦੀ ਜਿਹੜੀ ਹੈ ਉਹ ਰਣਨੀਤੀ ਬਣਾਈ ਜਾ ਰਹੀ ਹੈ? ਕੁਦਰਤੀ ਗੱਲ ਹੈ, ਜਦੋਂ ਇਲੈਕਸ਼ਨਾਂ 'ਚ ਜਾਈਏ ਤਾਂ ਫਿਰ ਸਾਰੇ ਤੇ ਮਤਲਬ ਲੋਕਾਂ ਨੂੰ ਦੱਸ ਦੇ ਤਾਂ ਕਿ ਲੋਕ ਤੁਹਾਡੇ 'ਚ ਯਕੀਨ ਕਰ ਸਕਣ। ਇਸ ਕਰਕੇ ਕੀਤਾ ਗਿਆ, ਜਿੰਨੀਆਂ ਸਟੇਟਾਂ 'ਚ ਇਲੈਕਸ਼ਨ ਹੋ ਰਹੀ ਹੈ, ਸਾਰੀਆਂ ਨੈਸ਼ਨਲ ਲੈਵਲ 'ਤੇ ਸਾਡੀ ਕਾਂਗਰਸ ਪਾਰਟੀ ਉੱਥੇ ਇਲੈਕਸ਼ਨ ਲੜ ਰਹੀ ਹੈ। ਸੋ ਉਹ ਇਲੈਕਸ਼ਨ ਲੜਨ ਦੇ ਕਰਕੇ ਉਹ ਸਾਰੀਆਂ ਸਟੇਟਾਂ ਦੇ ਵਿੱਚ ਕਿਸਾਨ ਹੈਗਾ, ਉਹਨਾਂ ਨੂੰ ਇੱਕ ਸਾਂਝੀ ਜਿਹੜੀ ਆ, ਜਿਹੜਾ ਬੀਜੇਪੀ ਦਾ ਚਿਹਰਾ ਹੈ ਉਹ ਸਾਰਿਆਂ ਦਾ ਉੱਥੇ ਨੰਗਾ ਕੀਤਾ ਗਿਆ ਹੈ ਕਿ ਬੀਜੇਪੀ ਗਵਰਨਮੈਂਟ ਨੇ ਤੁਹਾਡੇ ਨਾਲ ਕੀ ਕਿਹਾ ਸੀ, 8 ਸਾਲ ਬੀਤ ਗਏ ਆ ਤੇ ਕੀ ਕੀਤਾ ਆ। ਉਹਦੇ 'ਚ ਅਸੀਂ ਜਿਹੜੇ ਦਰਦ ਨੇ, ਉਹ ਚਾਹੇ ਇਹਨਾਂ ਦੇ ਤੁਸੀਂ ਆਮਦਨ ਨੂੰ ਲੈ ਕੇ ਸੀ ਕਿ ਆਮਦਨੀ ਤਾਂ ਹੋਈ ਨਹੀਂ, ਕਰਜ਼ਾ ਵੱਧ ਗਿਆ, 74,000 ਤੋਂ ਉੱਪਰ ਕਿਸਾਨਾਂ ਦੀਆਂ ਸਾਰੇ ਦੇਸ਼ 'ਚ ਜਿਹੜੀਆਂ ਨੇ ਸੁਸਾਈਡ ਹੋਈਆਂ ਨੇ। ਉਸ ਤੋਂ ਇਲਾਵਾ ਜਿਹੜਾ ਖਾਦਾਂ ਨੇ, DAP ਖਾਦ ਆ ਉਹ 1200 ਤੋੜੇ ਤੋਂ 1800 1900 ਕਰ ਦਿੱਤਾ ਗਿਆ। ਉਸ ਤੋਂ ਇਲਾਵਾ ਉਹ ਮਿਲਦੀ ਵੀ ਨਹੀਂ, 2200 ਤੋੜੇ ਤੇ ਲੈਣਾ ਪੈਂਦਾ। ਜਿਹੜਾ ਪੋਟਾਸ਼ੀਅਮ ਉਹ ਵੀ ਮਹਿੰਗੀ ਕਰ ਦਿੱਤੀ ਗਈ ਹੈ। ਤੋੜੇ ਜਿਹੜੇ ਆ ਉਹ 50 ਕਿਲੋ ਤੋਂ 45 ਕਿਲੋ ਕਰਤਾ, ਰੇਟ ਉੱਥੇ ਦਾ ਉੱਥੇ ਕਰਤਾ। ਸੋ ਡੀਜ਼ਲ ਮਹਿੰਗਾ ਕਰਤਾ। ਦਰਦ ਕਾਹਦਾ ਸੀ, ਡੀਜ਼ਲ ਮਹਿੰਗਾ ਹੋ ਗਿਆ। ਅੱਜ ਵੀ 18 ਰੁਪਏ ਲੀਟਰ ਜਿਹੜਾ ਟੈਕਸ ਆ ਉਹ ਗਵਰਨਮੈਂਟ ਲੈ ਰਹੀ ਹੈ ਕਿਸਾਨ ਤੋਂ, ਕਿਉਂਕਿ ਸਭ ਤੋਂ ਜ਼ਿਆਦਾ ਡੀਜ਼ਲ ਦੀ ਵਰਤੋਂ ਹੁੰਦੀ ਆ ਕਿਸਾਨੀ ਖਿੱਤੇ ਦੇ ਵਿੱਚ। ਜਿਹੜਾ UPA ਗਵਰਨਮੈਂਟ ਦੇ ਵੇਲੇ 3.5 ਰੁਪਏ ਦੇ ਕਰੀਬ ਉਹਦਾ ਟੈਕਸ ਹੁੰਦਾ ਸੀ। ਸੋ ਉਹ ਡਿਟੇਲ ਦੇ ਵਿੱਚ ਇਸ ਕਿਤਾਬ ਦੇ ਵਿੱਚ ਲਿਖਿਆ ਗਿਆ ਵੀ ਕਿਹੜੇ ਕਿਹੜੇ ਦਰਦ ਨੇ। 100 ਗੁਣਾ ਦਰਦ ਜਿਹੜਾ ਹੋਇਆ ਉਹ ਕਾਹਦਾ ਵਧਿਆ। ਜਿਹੜੀਆਂ ਇਹ ਸਾਰੀਆਂ ਚੀਜ਼ਾਂ ਜਦੋਂ ਮਹਿੰਗੀਆਂ ਹੋ ਗਈਆਂ, ਟੈਕਸ ਤੇ ਟੈਕਸ ਪੈ ਗਿਆ, ਟਰੈਕਟਰ ਦੇ ਪੁਰਜਿਆਂ ਦੇ GST ਲੱਗ ਗਈ, ਜਿਹੜੇ ਸੰਦ ਉਹਦੇ ਬਣਾਉਣੇ ਸੀ, ਹਲ ਬਣਾਉਣੀ ਆ, ਕਿਰਾਇਆ ਬਣਾਉਣਾ ਵਾ, ਸੁਹਾਗਾ ਬਣਾਉਣਾ, ਸਾਰਿਆਂ ਤੇ GST ਹੈ ਔਰ ਬਹੁਤ ਜ਼ਿਆਦਾ GST ਲਾਇਆ। ਉਹ ਸਾਰੀਆਂ ਚੀਜ਼ਾਂ ਦਾ ਇੱਕ ਦਰਦ ਜਿਹੜਾ ਸੀ 100 ਗੁਣਾ ਦਰਦ ਵੱਧਦਾ ਇੱਥੋਂ ਤੱਕ ਕਿ 25,000 ਰੁਪਈਆ ਪ੍ਰਤੀ ਹੈਕਟਰ ਖਰਚਾ ਜਿਹੜਾ ਆ ਉਹ ਜ਼ਿਆਦਾ ਕਰਨਾ ਪੈ ਰਿਹਾ ਕਿਸਾਨ ਨੂੰ, ਜਿਹੜਾ ਟੈਕਸਾਂ ਦੇ ਰੂਪ ਵਿੱਚ ਸਰਕਾਰ ਉਹਦੇ ਤੋਂ ਵਸੂਲਦੀ ਹੈ। ਤੇ ਦਿੰਦੀ ਕੀ ਹੈ? ਬੜਾ ਪਾਉਂਦੇ ਕਿ ਜਿਹੜਾ ਅਸੀਂ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਜਿਹੜੀ ਬਣਾਈ, ਕਿਸਾਨ ਸਨਮਾਨ ਨਿਧੀ ਯੋਜਨਾ, 6,000 ਰੁਪਇਆ ਦਿੰਦੇ ਆ ਤੇ ਲੈਂਦੇ ਕਿੰਨਾ ਜੇ ਪ੍ਰਤੀ ਹੈਕਟਰ? 25,000 ਰੁਪਈਆ। ਬੀਜੇਪੀ ਦਾ ਜੇ ਗੱਲ ਕਰੀਏ ਤੇ ਬੀਜੇਪੀ ਦਾ ਕਹਿਣਾ ਹੈ ਕਿ ਆਮਦਨ ਡਬਲ ਕਰ ਦਿੱਤੀ, ਕਈ ਫਸਲਾਂ ਦੇ ਰੇਟ ਵਧਾ ਦਿੱਤੇ ਗਏ, MSP ਦੀ ਜਿਹੜੀ ਗੱਲ ਸੀਗੀ ਕਿਸਾਨ ਅੰਦੋਲਨ ਨੂੰ ਲੈ ਕੇ ਜਿਹੜਾ ਉੱਠਿਆ ਸੀਗਾ, ਸ਼ੁਰੂਆਤ ਹੋਈ ਸੀਗੀ, ਉਸ ਤੋਂ ਬਾਅਦ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ। ਤੇ ਨਾਲ ਇੱਥੇ ਸਵਾਲ ਇਹ ਵੀ ਉੱਠਦਾ ਕਿ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਦਾ ਕਰਜ਼ ਮਾਫੀ ਦੀ ਗੱਲ ਕਹੀ ਸੀ ਤੇ ਕਿੰਨੇ ਕਿਸਾਨਾਂ ਨੇ ਖੁਦਕੁਸ਼ੀ ਪੰਜਾਬ 'ਚ ਕੀਤੀ ਹੈ, ਜਦ ਕਿ ਫਰਜ਼ ਸੀਗਾ ਜਿਹੜੇ ਵਾਅਦੇ ਪੰਜਾਬ ਸਰਕਾਰ ਦੇ ਵੀ ਸੀਗੇ ਉਹਨਾਂ ਨੂੰ ਪੂਰੇ ਨਹੀਂ ਹੋਏ। ਮੈਂ ਤੁਹਾਨੂੰ ਖੇਤੀ ਵਾਲੇ ਗੱਲਾਂ ਤੇ ਮੈਂ ਤੁਹਾਨੂੰ ਉੱਤੇ ਕਲੀਅਰ ਪਹਿਲਾਂ ਕਰ ਦਿਆਂ ਵੀ ਉਹਨਾਂ ਨੇ ਕੀਤਾ ਕੀ ਹੈ। ਜਿਹੜਾ 2022-23 ਦੇ ਮੁਤਾਬਕ ਜਿਹੜਾ ਕੈਪੀਟਲ ਜਿਹੜਾ ਪ੍ਰਤੀ ਕੁਇੰਟਲ ਜਿਹੜਾ ਰੇਟ ਸੀ ਗੇਹੂੰ ਦਾ 1518 ਰੁਪਏ ਜਿਹੜੀ ਲਾਗਤ ਬਣਦੀ ਹੈ, ਉੱਤੇ 50% ਇਹਨਾਂ ਨੇ ਕਾਸਟ ਦੇਣੀ ਸੀ, ਪਰ ਇਹਨਾਂ ਦੇਣੀ ਨਹੀਂ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਐਫੀਡੇਵਿਟ ਦੇ ਆਏ ਵੀ ਅਸੀਂ ਨਹੀਂ ਦੇ ਸਕਦੇ। ਸੁਪਰੀਮ ਕੋਰਟ ਦੇ ਵਿੱਚ ਐਫੀਡੇਵਿਟ NDA ਸਰਕਾਰ ਨੇ, BJP ਗਵਰਨਮੈਂਟ ਨੇ ਦਿੱਤਾ ਆ, ਔਨ ਰਿਕਾਰਡ ਹੈ। 1518 ਰੁਪਏ ਪਲੱਸ 50% ਕਾਸਟ ਪਾ ਕੇ 2277 ਰੁਪਏ ਦੀ ਕਾਸਟ ਚਾਹੀਦੀ ਆ, ਇਹਦਾ ਮੁੱਲ ਚਾਹੀਦਾ ਵਾ। ਇਹ ਮਿਲ ਕਿਹੜਾ ਰਿਹਾ 2015 ਰੁਪਏ 22-23 ਚ। ਇੱਦਾਂ ਜੌਂ ਜਿਹੜੇ ਆ ਉਹ 1439 ਰੁਪਏ ਤੇ ਪਲੱਸ 50% ਪਾ ਕੇ 2158 ਰੁਪਏ ਬਣਦੇ ਆ। ਮਿਲਦੇ ਕਿੰਨੇ ਆ? 1635 ਰੁਪਏ। ਇੱਦਾਂ ਹੀ ਚਨਾ ਆ 4117 ਪਲੱਸ 50% ਪਾ ਕੇ 6175 ਰੁਪਏ ਬਣਦਾ। ਮਿਲ ਕੀ ਰਿਹਾ ਰੇਟ ਸਾਨੂੰ? 5230 ਰੁਪਏ। ਉਰਦ ਆ 4422 ਰੁਪਏ ਤੋਂ ਪਲੱਸ 50% ਪਾਈਏ 6633 ਰੁਪਏ ਬਣਦੇ ਆ। ਮਿਲ ਕਿੰਨਾ ਰਿਹਾ? 5500 ਰੁਪਏ। ਇੱਦਾਂ ਹੋਰ ਬਹੁਤ ਲੰਬੀ ਲਿਸਟ ਹੈ। ਔਰ ਮੈਂ ਦੱਸਣਾ ਚਾਹੁੰਦਾ ਇਹ ਜਿੰਨਾ ਵੀ ਕੁਛ ਹੋਇਆ ਇਹ ਤੇ ਭਾਅ ਮਿਥੇ ਨੇ। ਇੱਥੇ ਪ੍ਰਕਿਉਰ ਕਿੰਨਾ ਹੋਇਆ? ਕਣਕ ਤੇ ਝੋਨੇ ਨੂੰ ਛੱਡ ਕੇ
8.5% 8.54% ਤੱਕ ਸਿਰਫ MSP ਦਿੱਤੀ ਜਾਂਦੀ। ਜਿੱਦਾਂ ਚਣੇ ਆ 1,19,90,000 ਟਨ ਮੀਟ੍ਰਿਕ ਟਨ ਹੁੰਦੇ ਆ ਪੈਦਾਵਾਰ, 6,36,096 ਮੀਟ੍ਰਿਕ ਟਨ ਸਿਰਫ ਖਰੀਦਿਆ MSP ਦੇ ਉੱਤੇ, ਬਾਕੀ ਜ਼ਿਮੀਂਦਾਰ ਰੁਲ ਗਿਆ। ਮਸੂਰ 8 ਲੱਖ ਟਨ ਹੁੰਦੇ ਆ, 18 ਮੀਟ੍ਰਿਕ ਟਨ ਖਰੀਦੇ ਗਏ। ਮੂੰਗ 30,90,000 ਮੀਟ੍ਰਿਕ ਟਨ ਪੈਦਾਵਾਰ ਹੋਈ, 2021 ਦੀ ਹੈ ਜਿਹੜੇ ਅੰਕੜੇ ਦੱਸਦੇ ਆ। 2,67,391 ਮੀਟ੍ਰਿਕ ਟਨ ਖਰੀਦੇ ਗਏ। ਉੜਦੇ ਆ 20,10,000 ਮੀਟ੍ਰਿਕ ਟਨ ਪੈਦਾ ਹੋਈ, 1,087 ਜਿਹੜੇ ਟਨ ਆ ਮੀਟ੍ਰਿਕ ਟਨ ਉਹ ਖਰੀਦੇ ਗਏ। ਸਾਡੇ ਮਤਲਬ ਮੇਨ ਜਿਹੜੀ ਮੱਕੀ ਆਪਣੇ 3,15,10,000 ਮੀਟ੍ਰਿਕ ਟਨ ਹੁੰਦੀ ਹੈ, 2,05,315 ਮੀਟ੍ਰਿਕ ਟਨ ਮੈਂ MSP ਤੇ ਖਰੀਦਿਆ, ਬਾਕੀ ਸਾਰਾ ਹੀ ਰੁਲ ਗਿਆ। 800 ਰੁਪਏ ਮੱਕੀ ਦੀ ਇੱਥੇ ਆਪਣੇ ਅੰਮ੍ਰਿਤਸਰ ਵਿਕਦੀ ਹੈ, 800-900 ਰੁਪਏ ਤੁਹਾਡੇ ਸਾਹਮਣੇ ਸੀ। ਮਤਲਬ ਉਹ ਮੈਂ ਤੁਹਾਨੂੰ ਭਾਅ ਦੱਸਦੇ ਵੀ ਜਿਹੜੇ ਹੋਣੇ ਚਾਹੀਦੇ ਨਹੀਂ ਹੋਏ, ਤੇ ਜਿਹੜੇ ਖਰੀਦੇ ਵੀ ਗਏ ਆ ਉਹ ਕਿੰਨੇ ਮੀਟ੍ਰਿਕ ਟਨ ਖਰੀਦੇ ਗਏ ਉਹ ਵੀ ਤੁਹਾਨੂੰ ਮੈਂ ਆંકੜੇ ਉਹਦੇ ਦੱਸ ਦਿੱਤੇ ਆ। ਇਹ ਕਿਤਾਬ ਚ ਕਿਉਂਕਿ ਬਹੁਤ ਲੰਮੀ ਹੈ, ਜਦੋਂ ਤੁਸੀਂ ਇਹ ਤੇ ਇਕੱਲੇ ਤੇ ਗੱਲ ਕਰੋਗੇ ਬੜਾ ਲੰਮਾ ਸਿਸਟਮ। ਬੀਜੇਪੀ ਦੀ ਬਾਰ-ਬਾਰ ਇਹੀ ਗੱਲ ਆਉਂਦੀ ਹੈ ਕਿ ਕਿਸਾਨ ਦੀ ਆਯੂ ਜਿਹੜੀ ਆ ਉਹਦੀ ਆਮਦਨ ਆ ਡਬਲ ਕਰ ਦਿੱਤੀ ਜਾਏਗੀ। ਸਾਡੇ ਕੋਲ ਐਸੇ ਪਲਾਨ ਸੀ। ਇਹ ਕਿਸਾਨ ਜਿਹੜਾ ਅੰਦੋਲਨ ਉੱਠਿਆ ਸੀਗਾ, ਜਿਸ ਤਰ੍ਹਾਂ ਦਾ ਕ੍ਰਿਸ਼ੀ ਕਾਨੂੰਨ ਨੂੰ ਲੈ ਕੇ ਵਿਰੋਧ ਲਗਾਤਾਰ ਕਿਸਾਨਾਂ ਵੱਲੋਂ ਕੀਤਾ ਗਿਆ, ਤੇ ਕਿਸਾਨਾਂ ਦੇ ਹੱਕ ਦੇ ਵਿੱਚ ਬੀਜੇਪੀ ਅੱਜ ਵੀ ਕਹਿ ਰਹੀ ਹੈ ਕਿ ਇਹ ਫਾਇਦੇਮੰਦ ਸੀਗੇ। ਔਰ ਇਹ ਜਿਹੜੇ ਭਾਅ ਦੀ ਆਪਾਂ ਗੱਲ ਕਰ ਰਹੇ ਹਾਂ, ਇਸ ਤੇ ਜਿਹੜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਇਸ ਭਾਅ ਜਿਹੜੇ ਸੀਗੇ ਜਿਹੜੇ ਹੋਣੇ ਚਾਹੀਦੇ ਸੀ ਉਹ ਭਾਅ ਨਹੀਂ ਦਿੱਤੇ ਗਏ, ਕੀ ਮਨਸ਼ਾ ਕੀ ਰਹੀ ਪਿੱਛੇ? ਕਿਉਂਕਿ ਦਾਅਵੇ ਬੜੇ ਵੱਡੇ ਸੀਗੇ ਔਰ ਇਹ ਜ਼ਮੀਨੀ ਹਕੀਕਤ ਦੇ ਵਿੱਚ ਇਹਦੇ ਜਿਹੜੇ ਰੇਟ ਜਿਹੜੇ ਕੁਝ ਹੋਰ ਸੀਗੇ। ਦੇਖੋ, ਬੀਜੇਪੀ ਇੱਕ ਪੂੰਜੀਪਤੀਆਂ ਦੀ ਜਮਾਤ ਹੈ ਸ਼ੁਰੂ ਤੋਂ ਹੀ, ਅੱਜ ਤੋਂ ਨਹੀਂਗਾ। ਸ਼ੁਰੂ ਤੋਂ ਪੂੰਜੀਪਤੀਆਂ ਦਾ ਪਹਿਲਾਂ ਸੋਚਦੇ ਆ, ਬਾਕੀ ਕੰਮ ਇਹ ਬਾਅਦ ਚ ਕਰਦੇ ਆ। ਇੱਥੋਂ ਤੱਕ ਕਿ ਜਦੋਂ 3 ਕ੍ਰਿਸ਼ੀ ਕਾਲੇ ਕਾਨੂੰਨ ਆਏ ਨੇ, ਉਹਦੇ ਚ ਜਿਹੜਾ ਪ੍ਰੋਕਿਉਰਮੈਂਟ ਦਾ ਕਾਨੂੰਨ ਲੈ ਕੇ ਇੱਕ ਇਹਨਾਂ ਨੇ 2013 ਦੇ ਵਿੱਚ ਇੱਕ ਮਾਰਕੀਟ ਦਾ ਅਮੈਂਡਮੈਂਟ ਕਾਨੂੰਨ ਲੈ ਕੇ ਆਏ ਆ। ਇਹ ਜਿਹੜਾ ਆਪਣੀ ਗੌਰਮੈਂਟ ਹੈ ਅਕਾਲੀ ਦਲ BJP ਗੌਰਮੈਂਟ, ਉਹ ਇਹਦੀ ਬੇਸ ਸੀ। ਉਹ 'ਚ ਲਿਖਿਆ ਗਿਆ ਸੀ ਵੀ ਅਸੀਂ ਮਤਲਬ ਜਿਹੜੀ ਸੁਣਵਾਈ ਹੈ 5 ਲੱਖ ਤੱਕ ਦਾ, ਜੇ ਕੋਈ ਲਫੜਾ ਪੈਂਦਾ ਤੁਹਾਡਾ ਪ੍ਰਾਈਵੇਟ ਕੰਪਨੀ ਦਾ ਜ਼ਿਮੀਂਦਾਰ ਨਾਲ, ਤੇ ਜ਼ਿਮੀਂਦਾਰ ਕੋਰਟ 'ਚ ਨਹੀਂ ਜਾ ਸਕਦਾ। ਉੱਥੋਂ ਸ਼ੁਰੂਆਤ ਕੀਤੀ ਸੀ ਇਹਨਾਂ ਨੇ ਕਾਨੂੰਨ ਦੀ। ਜੇ ਉਹਨੂੰ ਡਿਟੇਲ 'ਚ ਜਾਓਗੇ ਬਹੁਤ ਲੰਬਾ, ਮੇਰੇ ਕੋਲ ਤੇ ਆਪਣੀ ਉਹਦੀ ਫੋਟੋ ਕਾਪੀ ਹੈਗੀ ਆ, ਤੁਹਾਨੂੰ ਸਾਰੇ ਕਾਨੂੰਨ ਦੀ ਭੇਜ ਦੂੰਗਾ। ਉਹ 'ਚ ਅਸੀਂ ਅੰਡਰਲਾਈਨ ਕੀਤੇ ਆ। ਪਲੱਸ ਮਤਲਬ 100 ਰੁਪਈਆ ਦਿਨ ਦਾ ਫਾਈਨ ਉਹਨੂੰ ਕੀਤਾ ਜਾਊਗਾ। ਕਿੱਥੇ ਲਿਖਿਆ ਗਿਆ ਵੀ ਕਿਸਾਨ ਜਿਹੜਾ 100 ਰੁਪਈਆ ਦਿੰਦਾ ਜੇ ਸਹੀ ਤਰੀਕੇ ਨਾਲ ਐਗਰੀਮੈਂਟ ਦੇ ਉੱਤੇ ਨਹੀਂ ਕੁਝ ਕਰ ਪਾਉਂਦਾ? ਕਿਉਂਕਿ ਜਿਹੜੀ ਫਸਲ ਹੈ ਇਹ ਕੁਦਰਤ ਦੇ ਉੱਤੇ ਬਹੁਤ ਡਿਪੈਂਡ ਹੈ ਕਿਸਾਨ ਦੀ। ਮੀਂਹ ਨਹੀਂ ਪਿਆ ਤੇ ਫਸਲ ਤਾਂ ਟਾਈਮ ਸਿਰ ਸਾਂਭੀ ਗਈ, ਚੰਗੀ ਹੋ ਗਈ, ਬਿਮਾਰੀ ਪੈ ਗਈ ਤਾਂ ਮਾਰਿਆ ਗਿਆ, ਬੀ ਮਾੜਾ ਪੈ ਗਿਆ ਤਾਂ ਮਾਰਿਆ ਗਿਆ। ਕਿਸਾਨ ਤੇ 4 ਫੇਰਿਓਂ ਰਗੜਿਆ ਜਾਂਦਾ ਹੈ। ਸਾਹਿਬ, ਤੁਸੀਂ ਹੁਣੇ ਥੋੜੀ ਦੇਰ ਪਹਿਲੇ ਕਾਨਫਰੰਸ ਕਰ ਰਹੇ ਸੀ, ਜਿਹਦੇ ਵਿੱਚ ਤੁਸੀਂ ਇਹ ਕਿਹਾ ਕਿ ਕਿਸਾਨ ਅੰਦੋਲਨ ਦੇ ਵਿੱਚ ਸਭ ਤੋਂ ਜ਼ਿਆਦਾ ਕਾਂਗਰਸ ਪਾਰਟੀ ਨੇ ਜਿਹੜਾ ਅਹਿਮ ਜਿਹੜਾ ਰੋਲ ਅਦਾ ਕੀਤਾ। ਤੁਸੀਂ ਜੰਤਰ ਮੰਤਰ ਦੀ ਗੱਲ ਕਰੀਏ ਜਾਂ ਤੁਸੀਂ ਪਾਰਲੀਮੈਂਟ ਦੇ ਬਾਹਰ ਬੈਠ ਕੇ 1 ਸਾਲ ਤੱਕ ਤੁਸੀਂ ਧਰਨਾ ਪ੍ਰਦਰਸ਼ਨ ਕਰਦੇ ਰਹੇ ਹੋ। ਤੁਸੀਂ ਚੈਲੰਜ ਵੀ ਕੀਤਾ ਅਰਵਿੰਦ ਕੇਜਰੀਵਾਲ ਨੂੰ ਜਾਂ ਦੂਸਰੀ ਪਾਰਟੀਆਂ ਨੂੰ ਵੀ ਕੀਤਾ। ਉੱਧਰ ਨਹੀਂ ਮੈਂ ਜਾਵਾਂਗਾ ਕਿ ਜਿਸ ਢੰਗ ਨਾਲ ਤੁਸੀਂ ਕਿਸਾਨ ਅੰਦੋਲਨ ਦੇ ਨਾਲ ਖੜੇ ਰਹੇ ਹੋ, ਤੇ ਕੀ ਲੱਗਦਾ ਨਹੀਂ ਸੀ ਹੁਣ ਕਿਸਾਨ ਅੰਦੋਲਨ ਦੇ ਵਿੱਚੋਂ ਕਿਸਾਨਾਂ ਨੇ ਆਪਣੀ ਪਾਰਟੀ ਨੂੰ ਖੜਾ ਕਰ ਲਿੱਤਾ, ਤੇ ਉਹ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਦੀ ਬਜਾਏ ਉਹ ਪਾਰਟੀ ਜਿਹੜੀ ਹੈ ਇੱਕ ਆਪਣੀ ਵੱਖਰੀ ਬਣ ਗਈ ਤੇ ਤੁਹਾਨੂੰ ਚੁਣੌਤੀ ਦੇ ਰਹੀ ਹੈ? ਹੁਣ ਦੇਖੋ, ਕਿਸਾਨ ਅੰਦੋਲਨ ਜਦੋਂ ਸ਼ੁਰੂ ਹੋਇਆ ਸੀ, ਉਹਨਾਂ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਮਨਾਹੀ ਕੀਤੀ ਸੀ, ਕੋਈ ਸਾਡੀ ਸਟੇਜ 'ਤੇ ਨਹੀਂ ਆ ਸਕਦੀ। ਕੋਈ ਸ਼ੱਕ ਨਹੀਂ, ਉਹ 'ਚ ਬਹੁਤ ਪੁਰਾਣੀਆਂ ਕਿਸਾਨ ਜਥੇਬੰਦੀਆਂ ਨੇ, ਜਿਹੜਾ ਬੜਾ ਲੰਬਾ ਸਮਾਂ ਹੋ ਗਿਆ ਹਰ ਇੱਕ ਨੂੰ ਕਟਹਿਰੇ 'ਚ ਖੜਾ ਕਰਦੇ, ਚਾਹੇ ਅਸੀਂ ਹੋਈਏ, ਚਾਹੇ ਅਕਾਲੀ ਦਲ ਹੋਵੇ, ਚਾਹੇ BJP ਹੋਵੇ। ਜਿੱਥੇ ਕੋਈ ਗਲਤ ਹੁੰਦਾ ਹੈ ਉੱਥੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਦੇ ਨੇ। ਔਰ ਉਦੋਂ ਜਿਹੜਾ ਆਪ ਮੁਹਾਰੇ ਲੋਕ ਗਏ ਸੀ ਸਾਰੀਆਂ ਪਾਰਟੀਆਂ ਦੇ, ਇਕੱਲੇ ਕਿਸਾਨ ਜਥੇਬੰਦੀਆਂ ਦੇ ਬੰਦੇ ਨਹੀਂ ਸੀ ਉਹ 'ਚ ਹੈਗੇ, ਸਾਰੇ ਹੀ ਕਿਉਂਕਿ ਸਮੁੱਚਾ ਅੰਦੋਲਨ ਸੀ। ਅਸੀਂ ਉਦੋਂ ਵੀ ਕਿਹਾ ਸੀ ਕਿ ਇਹ 'ਚ ਕਈ ਤੇ ਬਿਲਕੁਲ ਨਰੋਲ ਕਿਸਾਨ ਜਥੇਬੰਦੀਆਂ ਨੇ, ਕੁਛਾਂ ਦਾ ਮਨਸ਼ਾ ਪੋਲੀਟੀਕਲ ਹੈਗਾ ਆ। ਔਰ ਉਦੋਂ ਗੱਲ ਕੋਈ ਸੁਣਦਾ ਨਹੀਂ। ਉਦੋਂ ਬੜਾ ਤੁਸੀਂ ਕੱਢ ਕੇ ਵੇਖ ਲਓ ਰਾਜੇਵਾਲ ਸਾਹਿਬ ਦਾ ਜਾਂ ਕਿਸੇ ਦਾ ਵੀ, ਬੜਾ ਇੱਕ ਠੋਕ ਕੇ ਕਹਿੰਦੇ ਵੀ ਕੋਈ ਇੱਥੇ ਬੰਦਾ ਸਾਡਾ ਰਾਜਨੀਤਿਕ ਨਾ ਅਸੀਂ ਕਰਨੀ ਆ, ਸਾਡੇ ਕਿ ਨੌਨ NGOs ਨੇ, ਮਤਲਬ ਇਹ ਸਾਰੀਆਂ ਸਾਡੀਆਂ ਮਤਲਬ ਜਥੇਬੰਦੀਆਂ ਨੌਨ ਪੋਲੀਟੀਕਲ ਰਹਿਣਗੀਆਂ, ਨਾ ਅਸੀਂ ਕਿਸੇ ਨੂੰ ਸੱਦਣਾ ਤੇ ਨਾ ਅਸੀਂ ਤੁਹਾਡੇ ਤੇ ਚੈੱਕ ਰੱਖਾਂਗੇ ਵੀ ਤੁਸੀਂ ਕੀ ਕਰਦੇ ਜੀ। ਅਸੀਂ ਉਹਨਾਂ ਨੂੰ ਮਨਾ ਨਹੀਂ ਕਰਦੇ ਕਿ ਤੁਸੀਂ ਕਿਉਂ ਕੀਤਾ, ਜੀ ਸਦਕੇ ਕਰੋ, ਪਰ ਫਿਰ ਲੋਕਾਂ ਨੂੰ ਦੱਸੋ ਨਾ। ਲੋਕਾਂ ਨੂੰ ਇਸ ਤਰ੍ਹਾਂ ਨਾ ਕਹੋ। ਹੁਣ ਤੁਸੀਂ ਜਦੋਂ ਇਕੱਠ ਹੋਇਆ, ਇਕੱਠ ਕਿਸੇ ਰਾਜਨੀਤਿਕ ਪਾਰਟੀ ਕਰਕੇ ਥੋੜਾ ਹੋਇਆ ਸੀ। ਇਕੱਠ ਤੇ ਉੱਥੇ ਆਏ ਕਿਸਾਨਾਂ ਦਾ ਸਮੁੱਚਾ ਅੰਦੋਲਨ ਸੀ। ਉਹ ਦੇ ਵਿੱਚੋਂ ਹੁਣ ਕਿਸਾਨ ਅੰਦੋਲਨ ਦੇ ਵਿੱਚੋਂ ਹੀ ਇੱਕ ਲਹਿਰ ਸ਼ੁਰੂ ਹੋ ਗਈ। ਕਿਸਾਨ ਨੇ ਆਪਣੀ ਪਾਰਟੀ ਬਣਾ ਲਈ, ਜਿਹੜੀ ਰਾਜਨੀਤੀ ਪਾਰਟੀ ਐਲਾਨ ਕਰ ਦਿੱਤੀ ਕਿ ਹੁਣ ਅਸੀਂ ਪੰਜਾਬ ਵਿਧਾਨ ਸਭਾ ਜਿਹੜੀ ਇਲੈਕਸ਼ਨ ਲੜਾਂਗੇ। ਅਸੀਂ ਉਦੋਂ ਗੱਲ ਕਰਦੇ ਹਾਂ ਤੇ ਲੋਕ ਬਹੁਤ ਬੁਰਾ ਭਲਾ ਇਸ ਗੱਲ ਨੂੰ ਸਮਝਦੇ ਨਹੀਂ, ਇਹ ਤੇ ਇਹ ਗੱਲਾਂ ਹੋਣੀਆਂ ਨਹੀਂ, ਕਿਉਂਕਿ ਸਾਨੂੰ ਪਤਾ ਸੀ, ਕਿਉਂਕਿ ਇਹਨਾਂ ਬਹੁਤ ਬੰਦਿਆਂ ਨੇ ਪਹਿਲਾਂ ਵੀ ਇਲੈਕਸ਼ਨ ਲੜੀਆਂ ਨੇ। ਇਹਨਾਂ 'ਚ ਉਹ ਬੰਦੇ ਨੇ ਕਿਸਾਨੀ ਦੇ ਨਾਂ ਹੇਠ ਮਤਲਬ ਜਿਹੜੀ ਚਲਾ ਰਹੇ ਨੇ ਆਪਣਾ ਕਿਸਾਨੀ ਦੇ ਹੇਠ ਕੇ ਅਸੀਂ ਕਿਸਾਨ ਆ ਜਾਂ ਕਿਸਾਨ ਜਥੇਬੰਦੀਆਂ ਸੰਬੰਧ ਰੱਖਦੇ। ਬੜੇ ਵੱਡੇ ਬਿਜ਼ਨਸਮੈਨ ਨੇ। ਰਾਜੇਵਾਲ ਸਾਹਿਬ ਆਪ ਆੜ੍ਹਤੀਆ ਆ, ਮੇਰਾ ਖਿਆਲ ਇਹਨਾਂ ਦੀ ਸ਼ੈਲਰ ਵੀ ਕਾਫੀ ਵੱਡਾ ਇਹਨਾਂ ਦਾ ਸਿਸਟਮ ਹੈਗਾ ਤਾਮਚਾ। ਸੋ ਇਹਦੇ ਵਿੱਚ ਔਰ ਇਹ ਪੋਲੀਟੀਕਲ ਪਾਰਟੀ ਨਾਲ ਵੀ ਅਲਾਇੰਸ ਕਰਦੇ। ਪਿਛਲੀ ਵਾਰ ਵੀ ਇਹਨਾਂ ਨੇ ਕੇਜਰੀਵਾਲ ਜੀ ਨੂੰ ਮਤਲਬ ਸਪੋਰਟ ਕੀਤਾ ਸੀ।
ਤੇ ਇਦਾਂ ਇਹਨਾਂ ਦੇ ਲਖੋਵਾਲ ਸਾਹਿਬ ਆ, ਉਹ 10 ਸਾਲ ਚੇਅਰਮੈਨ ਵੀ ਰਹੇ ਆ ਅਕਾਲੀ ਦਲ ਦੀ ਸਰਕਾਰ 'ਚ ਮੰਡੀ ਬੋਰਡ ਦੇ। ਸੋ ਇਹ ਪੋਲੀਟੀਕਲ ਅਸੀਂ ਦੱਸਦੇ ਹਾਂ ਕਿ ਮਤਲਬ ਇਹ ਜਿੱਦਾਂ ਯਾਦਵ ਆ, ਉਹ ਜਿਹੜਾ ਸੀ ਉਹ ਪੋਲੀਟੀਕਲ ਪਿਛੋਕੜ ਸੀ ਉਹਦਾ। ਚੜੂਨੀ ਸਾਹਿਬ ਨੇ ਵੀ ਇਲੈਕਸ਼ਨਾਂ ਲੜੀਆਂ ਨੇ। ਸੋ ਅਸੀਂ ਨਹੀਂ ਆਖਾਂਗੇ, ਅਸੀਂ ਕਹਾਂਗੇ ਵੀ ਜੀ ਸਦਕੇ ਤੁਸੀਂ ਲੜੋ, ਪਰ ਜੇ ਫਿਰ ਅਸੀਂ ਉਦੋਂ ਕਹਿੰਦੇ ਹਾਂ ਪੋਲੀਟੀਕਲ, ਉਦੋਂ ਕਹਿੰਦੇ ਹੋ ਵੀ ਕਰਾਂਗੇ ਜੇ ਲੋੜ ਪਈ ਤੇ, ਉਦੋਂ ਤੁਸੀਂ ਕਹਿੰਦੇ ਬਿਲਕੁਲ ਨਹੀਂ ਕਰਨੀ। ਸਿਰਫ ਚੜੂਨੀ ਸਾਹਿਬ ਇੱਕ ਹੈਗੇ ਜਿਹੜੇ ਕਹਿੰਦੇ ਕਰਾਂਗੇ, ਬਾਕੀ ਸਾਰੇ ਉਹਨਾਂ ਦੇ ਦੁਆਲੇ ਐਵੇਂ ਕਿ ਚੜੂਨੀ ਸਾਹਿਬ ਨੂੰ ਪਾਰਟੀ ਚੋਂ ਮਤਲਬ ਕਿੰਨੇ ਦਿਨਾਂ ਵਾਸਤੇ ਸੰਯੁਕਤ ਮੋਰਚੇ ਤੋਂ ਉਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ 2 ਹਫ਼ਤੇ ਆਸਤੇ, ਕਿ ਤੁਸੀਂ ਪੋਲੀਟੀਕਲ ਬਿਆਨ ਕਿਉਂ ਦਿੱਤਾ। ਤੇ ਅੱਜ ਕੀ ਹੋਇਆ? ਪਰ ਕਿਸਾਨ ਅੰਦੋਲਨ ਦੀ ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਨੇ ਆਪਣੀ ਪਾਰਟੀ ਬਣਾਉਣੀ ਸੀ ਤੇ ਪਹਿਲੇ ਕਹਿ ਸਕਦੇ ਸੀਗੇ, ਕੋਈ ਦੁਹਰਾਏ ਨਹੀਂ ਸੀ, ਕਿਸੇ ਨੂੰ ਇਤਰਾਜ਼ ਵੀ ਨਹੀਂ ਸੀਗਾ। ਲੇਕਿਨ ਇੱਥੇ ਸਵਾਲ ਇਹ ਉੱਠਦਾ ਹੈ ਕਿ ਇਸ ਤਰ੍ਹਾਂ ਦੇ ਨਾਲ ਪਹਿਲੇ ਇੱਕ ਅੰਦੋਲਨ ਸ਼ੁਰੂ ਕਰਨਾ, ਅੰਦੋਲਨ ਦੇ ਵਿੱਚੋਂ ਪਾਰਟੀ ਸ਼ੁਰੂ ਕਰਨੀ, ਤੇ ਇਹ ਪਾਰਟੀ ਹੁਣ ਜਿਹੜੀ ਚਰਚਾ ਪੰਜਾਬ ਦੇ ਵਿੱਚ ਜਿਹੜੀ ਛਿੜੀ ਹੋਈ ਹੈ ਕਿ ਜਿਹੜੀ ਕਿਸਾਨ ਹੈ ਉਹ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚੱਲ ਜਾਣ, ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਚੱਲ ਜਾਣ। ਕਿਸਾਨਾਂ ਦੇ ਨਾਲ ਤੁਸੀਂ ਮੋਢੇ ਨਾਲ ਮੋਢਾ ਖਲੋ ਕੇ ਉਹਨਾਂ ਦੇ ਨਾਲ ਸਾਥ ਦਿੰਦੇ ਆਏ ਹੋ, ਤੇ ਕੀ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਸਹਿਮਤੀ ਬੰਦੀ ਨਜ਼ਰ ਨਹੀਂ ਸੀ ਆ ਰਹੀ ਜਿਹੜੀ ਦੂਜੀਆਂ ਪਾਰਟੀਆਂ ਵੱਲੋਂ ਉਹਨਾਂ ਨੂੰ ਆਪਣਾ ਜਿਹੜਾ ਭਵਿੱਖ ਨਜ਼ਰ ਆ ਰਿਹਾ? ਉਹ ਨਹੀਂ ਹੋਣੀ, ਕਿਉਂਕਿ ਜਿੰਨਾ ਚਿਰ ਅਸੀਂ ਜੰਤਰ ਮੰਤਰ ਧਰਨਾ ਦਿੱਤਾ ਨਾ, ਇਹ ਜਿੰਨੀ ਵਾਰੀ ਵੀ ਇਹਨਾਂ ਦੇ ਤੁਸੀਂ ਭਾਸ਼ਣ ਕੱਢ ਕੇ ਦੇਖ ਲਓ, ਅਸੀਂ ਦੇਖੋ ਮੈਂਬਰ ਪਾਰਲੀਮੈਂਟ ਪਹਿਲੀ ਵਾਰੀ ਹੋਇਆ ਹਿਸਟਰੀ ਦੇ ਵਿੱਚ, ਕਿਉਂਕਿ ਮੈਂਬਰ ਪਾਰਲੀਮੈਂਟ ਖੁਦ ਆਪ ਉਸ ਜਗ੍ਹਾ ਤੇ ਬੈਠੇ ਹੋਣ, ਕਿਉਂਕਿ ਜੰਤਰ ਮੰਤਰ ਇਹ ਜਾਣਾ ਚਾਹੁੰਦੇ ਸੀ ਕਿਸਾਨ ਜਥੇਬੰਦੀਆਂ ਸਾਡੇ ਭਰਾ, ਪਰ ਉੱਥੇ ਤੱਕ ਨਹੀਂ ਪਹੁੰਚ ਸਕੇ, ਸਰਕਾਰ ਨੇ ਨਹੀਂ ਪਹੁੰਚ ਕਰਨ ਦਾ, ਕਿਉਂਕਿ ਜੇ ਉੱਥੇ ਪਹੁੰਚ ਜਾਂਦੇ ਤੇ ਸ਼ਾਇਦ ਜਿਹੜਾ ਸਾਲ ਸਾਨੂੰ ਸਮਾਂ ਲੱਗਾ ਇਹ 2-4 ਮਹੀਨੇ 'ਚ ਹੀ ਹੱਲ ਹੋ ਜਾਂਦਾ, ਕਿਉਂਕਿ ਦਿੱਲੀ ਬੰਦ ਹੋ ਜਾਣੀ ਸੀ ਫਿਰ। ਤੇ ਉੱਥੇ ਜਿਹੜਾ ਅਸੀਂ ਧਰਨਾ ਦਿੱਤਾ ਲੰਬਾ ਸਮਾਂ, ਇੱਕ ਦਿਨ ਵੀ ਕਿਸਾਨ ਜਥੇਬੰਦੀਆਂ ਨੇ ਸਾਨੂੰ ਕਦੀ ਇਹ ਨਹੀਂ ਕਿਹਾ ਕਿ ਸਾਡੇ ਪੁੱਤ ਚਲੋ ਅਸੀਂ ਯਾਰ ਤੁਸੀਂ ਸਾਨੂੰ ਐਮਪੀ ਕਰਕੇ ਦੇਣਾ, ਵੇਖੋ ਅਸੀਂ ਆਪਣਾ ਆਪ, ਅਸੀਂ ਵੀ ਜਿੱਥੇ ਤੁਸੀਂ ਬੈਠੇ ਅਸੀਂ ਵੀ ਉਹਦੇ ਬਰਾਬਰ ਜਾ ਕੇ ਤੁਹਾਡੇ ਸਮਰਥਨ 'ਚ ਬੈਠੇ ਹਾਂ, ਪਰ ਤੁਸੀਂ ਸਾਡਾ ਕਿਤੇ ਨਾਂ ਹੀ ਲੈ ਦਿਓ। ਸਾਨੂੰ ਉਦੋਂ ਪਤਾ ਲੱਗਦਾ ਸੀ ਕਿ ਜਿਹੜਾ ਸਾਡਾ ਨਾਂ ਨਹੀਂ ਲੈਂਦੇ ਇਹ ਇਹਨਾਂ ਦਾ ਆਪਣਾ ਪੋਲੀਟੀਕਲ ਮਨਸ਼ਾ ਜ਼ਰੂਰ ਹੈਗਾ। ਨਹੀਂ ਤੇ ਇਹ ਵੇਖੋ, ਜੇ ਕੋਈ ਯੂਪੀ ਤੋਂ ਇੱਕ ਦਿਨ ਵਾਸਤੇ ਆਇਆ, ਇਹ ਉਹਨੂੰ ਸਨਮਾਨਿਤ ਕੀਤਾ, ਜੇ ਕੋਈ ਬਿਹਾਰ ਤੋਂ ਆਇਆ ਉਹਨੂੰ ਸਨਮਾਨਿਤ ਕੀਤਾ, ਕੋਈ NGO ਛੋਟੀ ਆ ਗਈ ਜਿਹੜਾ ਵੀ ਆਇਆ ਨਾ ਉਹਨੂੰ ਸਟੇਜ ਤੇ ਸਨਮਾਨਿਤ ਕੀਤਾ, ਪਰ ਕਿਤੇ ਵੀ ਇਹਨਾਂ ਨੇ ਕਿਉਂਕਿ ਅਸੀਂ ਪੋਲੀਟੀਕਲ ਜਮਾਤ ਤੋਂ ਸੰਬੰਧ ਰੱਖਦੇ ਸਾਂ, ਸਾਨੂੰ ਇਹਨਾਂ ਨੇ ਪਿੱਛੇ ਰੱਖਿਆ ਇਸ ਗੱਲ ਤੋਂ। ਸੋ ਉਦੋਂ ਵੀ ਇਹ ਲੱਗਦਾ ਸੀ ਕਿ ਇਹ ਪੋਲੀਟੀਕਲ ਵਿੰਗ ਜ਼ਰੂਰ ਬਣਾਉਣਗੇ, ਤੁਸੀਂ ਕਹਿ ਕੇ ਬਣਾਓ ਨਾ, ਕਿਉਂਕਿ ਉਦੋਂ ਜੇ ਕਹਿ ਦਿੰਦੇ ਵੀ ਅਸੀਂ ਰਾਜਨੀਤਿਕ ਪਾਰਟੀ ਖੜੀ ਕਰਾਂਗੇ, ਹੋ ਸਕਦਾ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਬੰਦੇ ਉਹ ਵਾਪਸ ਮੁੜ ਆਉਂਦੇ। ਉਹਦਾ ਸਮੇਂ ਦਾ ਭਵਿੱਖ ਕੀ ਸਮਝਦੇ ਹੋ? ਹੁਣ ਕਿਸਾਨ ਅੰਦੋਲਨ ਨੇ ਜਿਹੜਾ ਹੈ ਵਿੱਚੋਂ ਉੱਠੀ ਜਿਹੜੀ ਹੈ ਕਿਸਾਨਾਂ ਦੀ ਜਿਹੜੀ ਜਮਾਤ ਹੈ, ਔਰ ਇਹਨਾਂ ਨੇ ਆਪਣੀ ਪੋਲੀਟੀਕਲ ਪਾਰਟੀ ਬਣਾ ਲਈ, ਇਹਦਾ ਭਵਿੱਖ ਕੀ ਸਮਝਦੇ ਹੋ? ਕਿਸ ਤਰ੍ਹਾਂ ਦੇ ਨਾਲ ਇਸ ਵਾਰ ਇਲੈਕਸ਼ਨ ਲੜਨ ਦਾ ਇਹਨਾਂ ਵੱਲੋਂ ਜਿਹੜਾ ਐਲਾਨ ਕਰ ਦਿੱਤਾ ਗਿਆ, ਇਲੈਕਸ਼ਨ ਲੜੀਆਂ ਵੀ ਜਾ ਰਹੀਆਂ, ਕੀ ਭਵਿੱਖ ਕੀ ਸਮਝਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਰਹੇਗੇ ਲੋਕ, ਜੁੜਨਗੇ ਇਹਨਾਂ ਦੇ ਨਾਲ? ਇਹ ਤਾਂ ਹੁਣ ਪੰਜਾਬ ਦੇ ਲੋਕਾਂ ਦੇ ਡਿਪੈਂਡ ਹੈ ਨਾ, ਕਿ ਪੰਜਾਬ ਦੇ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਲੈਣਾ ਹੈ, ਕਿੰਨਾ ਕਿ ਇਹਨਾਂ ਨੂੰ ਸਪੋਰਟ ਕਰਦੇ ਹੈ। ਕਿਉਂਕਿ ਉਹ ਹੁਣ ਦੇਖੋ ਸਾਨੂੰ ਜਿੱਦਾਂ ਕਹਿੰਦੇ ਕਿ ਪੋਲੀਟੀਕਲ ਬੰਦੇ ਆ ਜੀ ਇੱਥੇ ਨਹੀਂ ਆਉਣਾ ਤੁਸੀਂ, ਤੇ ਹੁਣ ਤੁਸੀਂ ਕੋ ਪੋਲੀਟੀਕਲ ਬਣੇ, ਅਸੀਂ ਤੁਹਾਨੂੰ ਪਹਿਲਾਂ ਕਹਿੰਦੇ ਕਿ ਤੁਹਾਡਾ ਪਿਛੋਕੜ ਵੀ ਪੋਲੀਟੀਕਲ ਸੀ, ਕਿਉਂਕਿ ਤੁਸੀਂ ਇੱਕ ਸਮੁਦਾਇ ਇਕੱਠਾ ਕਰ ਲਿਆ ਸਾਰਾ ਪੰਜਾਬ, ਕਿਉਂਕਿ ਉਦੋਂ ਕਿਸੇ ਪਾਰਟੀ ਮਗਰ ਨਹੀਂ ਪੰਜਾਬ ਗਿਆ। ਪੰਜਾਬ ਕਿਸਾਨੀ ਬਿੱਲਾਂ ਦੇ ਵਿਰੋਧ 'ਚ ਆਪ ਮੁਹਾਰੇ ਗਿਆ। ਇਹ ਵੀ ਨਹੀਂ ਮੈਂ ਕਹਿ ਸਕਦਾ ਕਿ ਜੇ ਮੈਂ ਕਹਿੰਦਾ ਕਿ ਮੇਰੇ ਨਾਲ ਇੰਨੇ ਬੰਦੇ ਇਕੱਠੇ ਕਰਦੇ, ਪਾਰਟੀਆਂ ਲਈ 2-4-10 ਦਿਨ ਬੰਦੇ ਇਕੱਠੇ ਕਰਨੇ ਬੜਾ ਔਖਾ ਕੰਮ ਹੁੰਦਾ, ਪਰ ਇਹ ਜਥੇਬੰਦੀਆਂ ਨੇ ਉਦੋਂ ਜਦੋਂ ਕਾਲ ਕੀਤੀ ਹੈ ਤੇ ਸਾਰੇ ਲੋਕ ਉੱਠ ਕੇ ਕ੍ਰਾਸ ਦਾ ਪਾਰਟੀ ਲਾਈਨ ਉੱਥੇ ਪਹੁੰਚੇ। ਉਹਦਾ ਸਾਹਿਬ ਅੱਜ ਤੁਹਾਡੇ ਵੱਲੋਂ ਚੈਲੰਜ ਕੀਤਾ ਗਿਆ ਅਰਵਿੰਦ ਕੇਜਰੀਵਾਲ ਨੂੰ ਕਿ ਅਗਰ ਕਿਸਾਨ ਅੰਦੋਲਨ ਦੇ ਵਿੱਚ ਇੱਕ ਵੀ ਕੋਈ ਪ੍ਰੋਟੈਸਟ ਕੀਤਾ ਹੋਵੇ ਤਾਂ ਮੈਂ ਆਪਣੀ ਰਾਜਨੀਤਿਕ ਜਿਹੜੀ ਪੂਰਾ ਕੈਰੀਅਰ ਆ ਉਹ ਛੱਡ ਦਿਆਂਗਾ ਔਰ ਸੰਨਿਆਸ ਲੈ ਲਾਂਗਾ, ਉਹ ਕੀ ਹੈ ਪੂਰਾ? ਮੈਂ ਉਹ ਦੱਸਣਾ ਚਾਹੁੰਦਾ ਕਿ ਕਿਸਾਨ ਜਦੋਂ ਤੱਲੇ ਸੀ ਜੰਤਰ ਮੰਤਰ ਜਾਣਾ ਚਾਹੁੰਦੇ ਸੀ, ਅਸੀਂ ਉੱਥੇ ਜਾ ਕੇ ਜੰਤਰ ਮੰਤਰ ਆਪਣਾ ਧਰਨਾ ਸ਼ੁਰੂ ਕਰ ਦਿੱਤਾ। ਮੈਂਬਰ ਪਾਰਲੀਮੈਂਟ ਨੇ ਮੇਰਾ ਸੀ, ਰਵਨੀਤ ਬਿੱਟੂ ਜੀ ਸੀ, ਜਸਬੀਰ ਗਿੱਲ ਹੁਣੀ ਆ ਗਏ, ਕੁਲਬੀਰ ਜੀਰਾ ਆ ਗਏ, ਲੱਕੀ ਚੇਅਰਮੈਨ ਸੀ, ਕਿਉਂਕਿ ਉੱਥੇ 144 ਧਾਰਾ ਲੱਗੀ ਸੀ। ਬੜੇ ਜ਼ੋਰ ਨਾਲ ਧਰਨਾ ਲਾਇਆ, ਸਾਰਾ ਮੀਡੀਆ ਗਵਾਇਆ, ਸਾਨੂੰ ਰਾਤ ਵੀ ਉੱਥੇ ਸਾਡੇ ਤਰਪਾਲਾਂ ਲਾ ਕੇ ਰਹਿ ਜਾਂਦੇ ਸੀ। ਕੜਕਦੀ ਠੰਡ ਦੇ ਵਿੱਚ ਅਸੀਂ ਰਾਤ ਫੁੱਟਪਾਥ ਤੇ ਅਸੀਂ ਕੱਟੀ ਹੈ, ਤੇ ਦਿੱਲੀ ਦੇ ਲੋਕ ਵੀ ਇਸ ਚੀਜ਼ ਤੇ ਗਵਾਹ ਆ। ਪਰ ਉਹ ਜਿਹੜੀ ਜਗ੍ਹਾ ਆ ਕਿ ਜਿਹੜਾ ਜੰਤਰ ਮੰਤਰ ਹੈ ਉਹ ਕੇਜਰੀਵਾਲ ਸਾਹਿਬ ਦਾ ਵਿਧਾਨ ਸਭਾ ਹਲਕਾ ਆ। ਹੁਣ ਸਾਨੂੰ ਕਿੱਥੋਂ ਪਤਾ ਲੱਗਣਾ ਸੀ, ਕਿਉਂਕਿ ਅਸੀਂ ਉੱਥੇ ਬੈਠੇ ਰਹੇ। ਹੁਣ ਇੱਦਾਂ ਪੰਜਾਬ ਨੂੰ ਪਤਾ ਨਹੀਂ ਲੱਗਣਾ ਦਿੱਲੀ ਬੰਦ ਹੋਈ ਨਹੀਂ ਹੋਈ, ਚੇਤਾ ਉਦੋਂ ਮਤਲਬ ਇੱਕ ਮੂਵਮੈਂਟ ਬੜੀ ਤਗੜੀ ਸੀ, ਮਤਲਬ ਪਤਾ ਵੀ ਨਹੀਂ ਲੱਗਦਾ, ਅੱਜ ਖਬਰ ਆਈ ਗਾਹ ਲੰਘੀ। ਮੈਂ ਚੈਲੰਜ ਇਹ ਕਰਦਾ ਵੀ ਕੇਜਰੀਵਾਲ ਸਾਹਿਬ ਨੇ ਦਿੱਲੀ ਜੇ ਇੱਕ ਦਿਨ ਵੀ ਚੱਜ ਨਾਲ ਬੰਦ ਕਰਾਈ ਹੋਵੇ, ਇੱਕ ਬੰਦ ਹੀ ਕਰਾਈ ਹੋ, ਚਲੋ ਚੱਜ ਨਾਲ ਵੀ ਛੱਡ ਦਿਓ, ਜਾਂ ਇਹਨਾਂ ਕੋਈ ਐਜੀਟੇਸ਼ਨ ਕੇਡਰ ਲੈਵਲ ਦਾ ਉੱਥੇ ਕੀਤਾ ਹੋਵੇ, ਕਿਉਂਕਿ ਜਿਹੜਾ ਕਿਸਾਨ ਸੀ, ਕਿਸਾਨ ਨੂੰ 2 ਬਿੱਲ ਸਿੱਧੇ ਹਿੱਟ ਕਰਦੇ ਸੀ। ਅਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ ਸੀ, ਅਮੈਂਡਮੈਂਟ ਐਕਟ ਸੀ, ਉਹ ਅਰਬਨ ਏਰੀਆ ਨੂੰ ਹਿੱਟ ਕਰਦਾ ਸੀ, ਕਿਉਂਕਿ ਜਿਹੜੇ ਲੋਕ ਜਿਹੜੇ ਲੈਂਡਲੈਸ ਲੋਕ ਨੇ, ਜਿਹਨਾਂ ਕੋਲ ਜ਼ਮੀਨਾਂ ਇੰਨੀ ਗੀਆਂ, ਕੋਈ ਰਕਸ਼ਾ ਚਲਾਉਂਦਾ, ਕੋਈ ਰੇਹੜੀ ਚਲਾਉਂਦਾ, ਕੋਈ 3 ਵੀਲਰ ਚਲਾਉਂਦਾ, ਕੋਈ ਟੈਕਸੀ 'ਚ ਲੱਗਾ, ਕੋਈ ਫੈਕਟਰੀ 'ਚ ਲੱਗਾ, ਕੋਈ ਮੁਲਾਜ਼ਮ ਹੈ, ਉਹਨਾਂ ਨੂੰ ਹਿੱਟ ਕਰਦਾ ਸੀ। ਜੇ ਤੁਸੀਂ ਕਿਤੇ ਦਿੱਲੀ ਬੰਦ ਕਰਾ ਦਿੰਦੇ ਹੋ, ਅੱਜ ਸਾਡਾ 700 ਕਿਸਾਨ ਵੀ ਨਾ ਜਾਂਦਾ, 700 ਕਿਸਾਨ 'ਚ ਜਾਨਾਂ ਜਾਣਦੇ, ਜਿੱਥੇ ਅਕਾਲੀ ਦਲ BJP ਜ਼ਿੰਮੇਵਾਰ ਹੈ, ਉੱਥੇ ਇਹ ਵੀ ਉਹਨੇ ਭਾਈਵਾਲ ਹੈ, ਕਿਉਂਕਿ ਦਿੱਲੀ 'ਚ ਬੰਦ ਹੋ ਜਾਂਦੀ, ਤੁਹਾਨੂੰ ਪਤਾ ਉਹਨਾਂ ਨੂੰ ਤੇ ਮਤਲਬ ਉਸੇ ਵੇਲੇ ਉਹਨਾਂ ਨੂੰ ਗੋਡਿਆਂ ਪਾਰ ਹੋ ਜਾਣਾ ਸੀ। ਅਸੀਂ ਬੈਠੇ ਰਹੇ ਹਾਂ, ਅਸੀਂ ਤਰਲੇ ਲੈਂਦੇ ਰਹੇ
ਵੀ ਕੇਜਰੀਵਾਲ ਸਾਹਿਬ ਇੱਥੇ ਆ ਕੇ ਤੁਸੀਂ ਇੱਥੇ ਆ ਕੇ ਸਾਡੇ ਲਾਗੇ ਬਹਿ ਜਾਓ, ਤੰਬੂ ਲਾ ਲਓ, ਬਹਿ ਜਾਓ। ਅਸੀਂ ਵੀ ਤੰਬੂ ਲਾਇਆ, ਅਸੀਂ ਅਕਾਲੀ ਦਲ ਨੂੰ ਬਾਜਾਂ ਮਾਰਦੇ ਰਹੇ ਕਿ ਆ ਜਾਓ ਤੁਹਾਡੇ MP ਹੈਗੇ ਬਿਠਾਓ, ਪਰ ਕੋਈ ਨਹੀਂ ਬੈਠਾ। ਇੱਕ ਵੀ ਧਰਨਾ, ਕਿਉਂਕਿ ਅਸੀਂ ਜਿੰਨਾ ਵੀ ਕੰਮ ਕੀਤਾ ਅਸੀਂ ਉਹਨਾਂ ਦੇ ਸਮਰਥਨ 'ਚ ਕੀਤਾ ਸੀ। ਕਿਹਨਾਂ ਦੇ? ਕਿਸਾਨ ਜਥੇਬੰਦੀਆਂ ਦੇ। ਅਸੀਂ ਲੀਡ ਨਹੀਂ ਕਰਦੇ, ਲੀਡ ਉਹ ਕਰਦੇ ਸੀ, ਅਸੀਂ ਉਹਨਾਂ ਦੇ ਸਮਰਥਨ 'ਚ ਬੈਠੇ ਸੀ। ਪਰ ਇਹਨਾਂ ਨੇ ਇੱਕ ਕਾਲ ਵੀ ਕਦੀ ਬੰਦ ਦੀ, ਬੱਸਾਂ ਉੱਦਾਂ ਚੱਲੀਆਂ, ਬਾਜ਼ਾਰ ਉੱਦਾਂ ਖੁੱਲੇ, ਇੱਕ ਵੀ ਇਹਨਾਂ ਨੇ ਕੋਈ ਜਲੂਸ ਜਾਂ ਕੋਈ ਮਾਰਚ ਕੀਤਾ, ਇੱਕ ਵੀ ਮਾਰਚ ਇਹਨਾਂ ਨੇ ਉੱਥੇ ਨਹੀਂ ਕੀਤਾ। ਜਦ ਕਿ ਅਮਿਤ ਸ਼ਾਹ ਤੇ ਮੋਦੀ ਦਾ ਘਰ ਸਿਰਫ ਚੰਦ ਕਦਮ ਦੂਰ ਹੈ, ਇਹਨਾਂ ਦੀ ਕੌਂਸਟੀਚੁਐਂਸੀ ਦੇ ਵਿੱਚ ਹੀ ਆਉਂਦਾ ਆਲਮੋਸਟ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਮੁਜ਼ੱਫਰਨਗਰ ਜਾ ਕੇ ਕਿਸਾਨ ਪੰਚਾਇਤ ਕਰ ਰਹੇ ਆ, ਇੱਥੇ 200-250 ਕਿਲੋਮੀਟਰ ਇੱਧਰ ਆ ਕੇ ਮਾਲਵੇ 'ਚ ਕਰ ਲੈਂਦੇ ਆ, ਕਦੀ ਕਿਤੇ ਕਰ ਲੈਂਦੇ ਆ। ਭਾਈ ਜਿੱਥੇ ਤੁਹਾਡੀ ਸਰਕਾਰ ਆ ਉੱਥੇ ਸ਼ੁਰੂ ਕਰੋ, ਜਿੱਦਾਂ ਸਾਡੀ ਸਰਕਾਰ ਸੀ। ਅਸੀਂ ਟਰੈਕਟਰ ਮਾਰਚ ਰਾਹੁਲ ਗਾਂਧੀ ਜੀ ਨੇ ਆ ਕੇ ਪਹਿਲਾਂ ਇੱਥੋਂ ਸ਼ੁਰੂ ਕੀਤਾ ਨਾ। ਅਸੀਂ ਸਾਡੇ MLA ਨੇ ਆਪੋ ਆਪਣੀ ਜਗ੍ਹਾ ਜਿੰਨਾ ਜ਼ੋਰ ਲੋੜ ਹੋਇਆ ਉਹਨਾਂ ਨੇ ਹਿੱਸਾ ਪਾਇਆ। ਅਸੀਂ ਟੋਲਾਂ ਦੇ ਉੱਤੇ ਬੰਦੇ ਗਏ, ਸਾਡੇ MLA ਗਏ, ਅਸੀਂ ਲੰਗਰ ਭੇਜੇ, ਸਭ ਕੁਝ ਕੀਤਾ। ਪਰ ਇਹ ਫਿਰ ਵੀ ਮੈਂ ਤੁਹਾਨੂੰ ਕਹਾਂ, ਇਹ ਆਪ ਮਾਰੇ ਕੰਮ ਸੀ। ਇਹ ਮੈਂ ਕਹਿੰਦਾ ਕਿ ਗੁਰਜੀਤ ਔਜਲੇ ਨੇ ਕੀਤਾ, ਅਸੀਂ ਨਹੀਂ ਕੀਤਾ। ਪਰ ਉੱਥੇ ਇਹ ਕਰ ਸਕਦੇ ਸੀ, ਉੱਥੇ ਕਿਉਂਕਿ ਉੱਥੇ ਕਿਸਾਨ ਨਹੀਂ ਹੈਗਾ ਨਾ। ਉਹ ਜਿਹੜਾ ਤੀਜਾ ਕਾਨੂੰਨ ਸੀ, ਉਹਦੀ ਲੜਾਈ ਇਹ ਲੜ ਸਕਦੇ ਸੀ ਲੋਕਾਂ ਦੀ, ਇਹਨਾਂ ਨਹੀਂ ਲੜੀ। ਸਭ ਤੋਂ ਪਹਿਲਾਂ ਕਾਨੂੰਨ ਨੋਟੀਫਾਈਡ ਕੇਜਰੀਵਾਲ ਜੀ ਨੇ ਕੀਤੇ ਉੱਥੇ ਆਪਣੀ ਵਿਧਾਨ ਸਭਾ 'ਚ, ਤੇ ਨੋਟੀਫਾਈਡ ਕਰਕੇ ਬਾਅਦ 'ਚ ਜਦੋਂ ਰੌਲਾ ਪੈ ਗਿਆ ਫਿਰ ਪਾੜ ਤੇ। ਹੁਣ ਮੈਂ ਫੋਟੋ ਕਾਪੀ ਕਿਸੇ ਚੀਜ਼ ਦੀ ਪਾੜ ਦਿੰਦਾ ਤੇ ਉਹਦੇ ਨਾਲ ਕਾਨੂੰਨ ਪਾੜ ਜਾਂਦੇ ਆ। ਮਤਲਬ ਇਹ ਕਿਹਨੂੰ ਮੂਰਖ ਬਣਾਉਣ ਦੀ ਗੱਲ ਕਰਦੇ ਨੇ। ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹੈ। ਅੱਛਾ, ਅਗਰ ਗੱਲ ਕਰੀਏ ਹੁਣ ਪੰਜਾਬ ਕਾਂਗਰਸ ਦੀ, ਕੱਲ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਜਿਹੜੇ ਨੇ ਭਾਂਜੇ ਨੇ, ਉਹਨਾਂ ਦੇ ਘਰ ਜਿਹੜੀ ਹੈ ਰੇਡ ਹੁੰਦੀ ED ਦੀ, ਤੇ 10 ਕਰੋੜ ਰੁਪਏ ਫੜਿਆ ਜਾਂਦਾ, ਜਿਹੜਾ ਅੱਜ ਸਵੇਰ ਤੋਂ ਚਰਚਾ ਦੇ ਵਿੱਚ ਹੈ। ਲਗਾਤਾਰ ਸਿਆਸੀ ਪਾਰਟੀਆਂ ਬਿਆਨ ਕਰ ਰਹੀਆਂ ਨੇ ਇਸ ਮਸਲੇ ਨੂੰ ਲੈ ਕੇ, ਚਰਨਜੀਤ ਚੰਨੀ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ। ਦੇਖੋ, ਚਰਨਜੀਤ ਚੰਨੀ ਜਦੋਂ ਦੇ ਮੁੱਖ ਮੰਤਰੀ ਬਣੇ ਉਹਨਾਂ ਦੀ ਲੋਕਪ੍ਰਿਯਤਾ ਬਹੁਤ ਵਧੀ। ਉਹਦੀ ਲੋਕਪ੍ਰਿਯਤਾ, ਇੱਕ ਗਰੀਬ ਘਰ ਦਾ ਮੁੱਖ ਮੰਤਰੀ, ਇਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ, ਕਿਉਂਕਿ ਬਾਦਲਗਾ ਲਾਣਾ ਬਹੁਤ ਵੱਡਾ ਹੈ। ਤੁਸੀਂ ਦੇਖੋ ਨਾ, ਮਤਲਬ 60 ਕਿੱਲਿਆਂ ਤੋਂ ਹਜ਼ਾਰਾਂ ਕਰੋੜ ਰੁਪਏ ਦਾ ਸਿਸਟਮ ਖੜਾ ਕਰੀ ਬੈਠੇ ਆ। ਅੱਛਾ, ਕੇਜਰੀਵਾਲ ਸਾਹਿਬ ਆਪਣੇ ਆਪ ਨੂੰ ਮਤਲਬ ਉਹ ਸੁਪਨੇ ਦੇਖੀ ਬੈਠੇ ਪ੍ਰਧਾਨ ਮੰਤਰੀ ਬਣਦੇ। ਉਧਰੋਂ ਕੈਪਟਨ ਸਾਹਿਬ ਦਾ ਤੁਸੀਂ ਸਿਸਟਮ ਦੇਖ ਲਓ, ਕਿੱਡਾ ਵੱਡਾ ਹੈ ਪਰਿਵਾਰ ਹੈ। ਉਹਨਾਂ ਨੂੰ ਚੰਗਾ ਹੀ ਨਹੀਂ ਲੱਗਾ ਵੀ ਇੱਕ ਮੁੱਖ ਮੰਤਰੀ ਬਣ ਕੇ ਉਹਦੀ ਇੰਨੀ ਲੋਕਪ੍ਰਿਯ ਹੋ ਗਈ ਆ ਵੀ ਸਾਡੇ ਪੈਰ ਤੇ ਲੱਗਣੇ ਨਹੀਂਗੇ। ਹੁਣ ਲਿਆ ਕੇ ਉੱਥੇ ED ਦੇ ਰੇਟ ਕਰਾਤੇ ਆ। ED ਦੇ ਰੇਟ 'ਚ ਹੁਣ ਤੁਸੀਂ ਪੈਸੇ ਕੀ ਪਤਾ ਲੈਣ ਲਈ ਲੈ ਕੇ ਗਏ, ਕਿਉਂਕਿ ED, CBI, ਇਨਕਮ ਟੈਕਸ, ਹਰ ਜਿਹੜੀ ਸਾਡੀ ਨਿਆਂ ਪ੍ਰਣਾਲੀ ਹੈ, ਮਤਲਬ ਕਿ ਜਿੰਨੀਆਂ ਵੀ ਸਾਡੀਆਂ ਕਾਰਜਪਾਲਿਕਾ ਆ, ਨਿਆਂਪਾਲਿਕਾ, ਵਿਧਾਨਪਾਲਿਕਾ, ਸਾਰਿਆਂ ਦੇ ਉੱਤੇ ਦਬਾਅ ਦੀ ਰਾਜਨੀਤੀ ਕਰਦੇ ਆ। ਇਹਦਾ ਗਵਾਹ ਤੁਸੀਂ ਪੱਛਮੀ ਬੰਗਾਲ ਦੀਆਂ ਚੋਣਾਂ ਲਾ ਲਓ, ਤੁਸੀਂ ਅਸਾਮ ਦੀਆਂ ਲਾ ਲਓ, ਕਿਸੇ ਵੀ ਸਟੇਟ 'ਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਨੇ, ਉੱਥੇ ਇਲੈਕਸ਼ਨ ਤੋਂ ਪਹਿਲਾਂ ਜੋ ਇੱਥੇ ਹੋ ਰਿਹਾ ਉੱਥੇ ਵੀ ਉਹੀ ਹੁੰਦਾ ਆ। ਮਤਲਬ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੂਗਲ ਤੋਂ ਸਰਚ ਕਰਕੇ ਦੇਖ ਲਓ, ਉੱਥੇ ਵੀ ਪੈਸੇ ਦਿਖਾਏ ਜਾਂਦੇ, ਫੜੇ ਗਏ, ਇੱਥੋਂ ਫੜੇ ਗਏ, ਉੱਥੋਂ ਫੜੇ ਗਏ। ਪਰ ਲੋਕ ਅੱਜ ਕੱਲ੍ਹ ਬਹੁਤ ਸਿਆਣੇ ਨੇ। ਔਰ ਇਹ ਰੇਡ ਹੁੰਦਾ ਕਦੋਂ? ਦੋ ਚੀਜ਼ਾਂ ਦੀਆਂ ਇਹਦਾ ਕੋਆਰਡੀਨੇਸ਼ਨ ਦੇਖੋ। ਉਧਰੋਂ ਕੇਜਰੀਵਾਲ ਜੀ ਮੁੱਖ ਮੰਤਰੀ ਅਨਾਉਂਸ ਕਰਦੇ ਆ, ਉਧਰੋਂ ਸਾਡੇ ਮੁੱਖ ਮੰਤਰੀ ਦੇ ਉੱਤੇ ਰੇਡ ਕਰ ਦਿੰਦੇ ਆ, ਕਿਉਂਕਿ ਵਿਚਾਰਾ ਇੱਕ ਦਲਿਤ ਚਿਹਰਾ ਜੇ ਮੁੱਖ ਮੰਤਰੀ ਬਣ ਹੀ ਗਿਆ, ਪਚਿਆ ਹੀ ਨਹੀਂ। ਉਹ ਯਾਰ ਫਿਰ ਕੀ ਹੋ ਗਿਆ? ਗਰੀਬ ਦਾ ਪੁੱਤ ਮੁੱਖ ਮੰਤਰੀ ਨਹੀਂ ਬਣ ਸਕਦਾ? ਕੀ ਹੋ ਗਿਆ? ਉਹ ਤੁਸੀਂ ਬਾਦਲ ਵਾਲ ਕਰੋ, ਉਹਨੂੰ ਪੁੱਛੋ ਤੁਸੀਂ 60 ਕਿੱਲਿਆਂ ਤੋਂ ਹਜ਼ਾਰਾਂ ਬੱਸਾਂ ਕਿੱਦਾਂ ਆ ਗਈਆਂ? ਤੁਸੀਂ ਬਾਦਲ ਦੀ ਗੱਲ ਕੀਤੀ, ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਜੇਕਰ ਚਰਨਜੀਤ ਚੰਨੀ ਦੇ ਘਰ ਰੇਡ ਹੁੰਦੀ ਤਾਂ 100 ਕਰੋੜ ਤੋਂ ਜ਼ਿਆਦਾ ਵੀ ਮਿਲ ਜਾਂਦਾ। ਉਹਨਾਂ ਨੂੰ ਕਹੋ ਜਿਹੜਾ 2000 ਕਰੋੜ ਦਾ ਤੁਸੀਂ ਸੁੱਖ ਵਿਲਾਸ ਖੜਾ ਕੀਤਾ, ਉਹ ਕਦੇ ਨਾ ਖੜਾ ਕੀਤਾ। ਕਿੰਨੇ ਕੁ ਵੱਡੇ ਤੁਹਾਡੇ ਕੋਲ ਬਿਜ਼ਨਸ ਨੇ? ਤੁਹਾਡਾ ਬਿਜ਼ਨਸ ਏਡਾ ਕਿੱਦਾਂ ਸਾਰਾ ਪੰਜਾਬ ਤੇ ਘਾਟੇ ਜਾ ਰਿਹਾ? ਕਿ ਕੋਈ ਪੰਜਾਬੀ ਦੱਸ ਦੇ ਜਿਹਦਾ 60 ਕਿੱਲਿਆਂ ਦੇ ਉੱਤੋਂ ਲੱਖਾਂ ਕਰੋੜਾਂ ਦਾ ਬਿਜ਼ਨਸ, ਕੋਈ ਮੈਨੂੰ ਦੱਸ ਦਿਓ ਇੱਕ ਵੀ। ਮੈਂ ਤੁਹਾਡੇ ਚੈਨਲ ਰਾਹੀਂ ਪੁੱਛਦਾ ਵੀ ਭਾਈ ਕੋਈ ਦੱਸ ਦਿਓ ਜਿਹੜਾ ਇੰਨਾ ਕੰਮ ਵੱਧ ਸਕਿਆ ਹੋਵੇ। ਇਹਦੇ ਕਿੱਦਾਂ ਵੱਧ ਗਏ? ਤੁਸੀਂ ਉਹਦੇ ਪੈਸੇ ਰੱਖ ਕੇ ਚੁਕਾ ਕੇ ਤੇ ਹੁਣ ਕੋਰਟ 'ਚ ਜਾਵਾਂਗੇ, ਸਭ ਕੁਝ ਉੱਥੇ ਜਾਊਗਾ, ਪਤਾ ਲੱਗੂਗਾ ਨਾ ਕਿੱਦਾਂ ਮਤਲਬ ਇਹ ਪੈਸੇ ਕਿੱਥੋਂ ਆਏ ਤੇ ਕਿੰਨੇ ਰਖਾਏ ਨੇ। ਕਿਉਂਕਿ ਜਦੋਂ ਏਜੰਸੀਆਂ ਇਹਨਾਂ ਕੋਲ ਨੇ, ਮਿਸਯੂਜ਼ ਇਹ ਕਰਦੇ ਨੇ, ਇਹ ਕੁਛ ਵੀ ਕਰ ਸਕਦੇ ਨੇ। ਸੋ ਇੱਕ ਅੱਜ ਬੜੀ ਵੱਡੀ ਸਾਜ਼ਿਸ਼ ਦੇਖੋ, ਜਿਹੜੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ, ਇੱਕ ਦਲਿਤ ਪਰਿਵਾਰ ਦੇ ਮੁੱਖ ਮੰਤਰੀ ਦੇ ਵਿਰੁੱਧ ਦੇ ਵਿੱਚ ਇੱਕ ਸਾਜ਼ਿਸ਼ ਰਚੀ। ਇਹਦਾ ਜਵਾਬ ਪੰਜਾਬ ਦੇਗਾ, ਕਿਉਂਕਿ ਗੁਰੂਆਂ ਦੇ ਸਾਡੀ ਧਰਮ ਦੇ ਵਿੱਚ ਕੋਈ ਦਲਿਤ ਨਹੀਂ ਗਾ, ਸਾਡੇ ਸਿੱਖ ਨੇ। ਸਿੱਖ ਦਾ ਮਤਲਬ ਸਿੱਖ ਨੇ। ਪਰ ਤੁਸੀਂ ਜਿਹੜੀ ਰਾਜਨੀਤੀ ਗੰਦੀ ਫਿਰਕਾ ਪ੍ਰਸਤੀ ਦੀ ਕਰਨਾ ਚਾਹੁੰਦੇ ਜੇ, ਤੁਹਾਨੂੰ ਪਚਿਆ ਹੀ ਨਹੀਂ। ਇਹਦਾ ਜਵਾਬ ਪੰਜਾਬ ਤੁਹਾਨੂੰ ਦੇਗਾ ਜ਼ਰੂਰ। ਓਜਾ ਸਾਹਿਬ, ਆਖਰੀ ਸਵਾਲ ਹੈ ਮੇਰਾ। ਪੰਜਾਬ ਦੇ ਵਿੱਚ ਜਿਹੜੀ ਆ ਸਿਆਸਤ ਆਪਣੀ ਚਰਨ ਸੀਮਾ ਤੇ ਪਹੁੰਚ ਚੁੱਕੀ ਆ, ਔਰ ਵਿਧਾਨ ਸਭਾ ਕੁਛ ਹੀ ਦਿਨ ਦੇ ਵਿੱਚ ਜਿਹੜੀ ਇਹਦੀ ਵੋਟਿੰਗ ਹੋਣੀ ਹੈ। ਪੰਜਾਬ ਨੂੰ ਕਾਂਗਰਸ ਪਾਰਟੀ ਵੀ ਕਹਿ ਰਹੀ ਹੈ ਕਿ ਅਸੀਂ ਸਰਕਾਰ ਬਣਾਵਾਂਗੇ, ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ, ਉਧਰ ਅਕਾਲੀ ਦਲ ਦੀ ਗੱਲ ਕਰੀਏ ਤੇ ਉਹ ਵੀ ਕਹਿ ਰਹੇ। ਪੰਜਾਬ ਸਰਕਾਰ ਦੀ ਜੇਕਰ ਗੱਲ ਕਰੀਏ, ਮੌਜੂਦਾ ਕਾਂਗਰਸ ਸਰਕਾਰ ਕਿਸ ਨੂੰ ਪਾਰਟੀ ਨੂੰ ਜਿਹੜੀ ਹੈ ਚੁਣੌਤੀ ਸਮਝਦੀ ਹੈ? ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਤੋਂ ਖਤਰਾ ਹੈ ਜਾਂ ਫਿਰ ਅਕਾਲੀ ਦਲ ਤੋਂ ਖਤਰਾ ਹੈ? ਦੇਖੋ, ਅਸੀਂ ਆਪਣੇ ਕੰਮ ਲੈ ਕੇ ਜਾਣੇ ਆ, ਇਹ ਲੋਕਾਂ ਨੇ ਫੈਸਲਾ ਕਰਨਾ ਨਾ। ਸਾਡਾ ਉਹਨਾਂ ਨਾਲ ਕੋਈ ਮਤਲਬ ਅਸੀਂ ਇਹ ਰਾਜਨੀਤੀਆਂ ਇਹ ਸ਼ੁਰੂ ਕਰਦੇ, ਅਸੀਂ ਕੋਈ ਬਲੇਮਬਾਜ਼ੀ ਨਹੀਂ ਕਰਦੇ ਇਹਨਾਂ ਨੂੰ। ਇਹ ਆਪਣੀ ਗੱਲ ਰੱਖਣਾ, ਅਸੀਂ ਆਪਣੀ ਰੱਖਣੀ ਆ, ਲੋਕੀ ਫੈਸਲਾ ਕਰਨਗੇ।
ਔਰ ਅਸੀਂ ਮੰਨਦੇ ਹਾਂ ਕਿ ਲੋਕ ਸਾਨੂੰ ਤੇ ਵਿਸ਼ਵਾਸ ਜ਼ਰੂਰ ਕਰਨਗੇ, ਕਿਉਂਕਿ ਜਿਹੜਾ ਪਿਛਲਾ ਸਮਾਂ ਕੋਈ ਪ੍ਰੋਬਲਮਸ ਰਹੀਆਂ ਵੀ ਨੇ ਤੇ ਉਹ ਤੇ ਸਾਰੇ ਇਕੱਠੇ ਹੀ ਹੋ ਗਏ ਨੇ। ਮਤਲਬ ਕੈਪਟਨ ਸਾਹਿਬ ਨਾਲ ਗੁੱਸਾ ਸੀ ਇਹਨਾਂ ਸਾਰਿਆਂ ਦਾ, ਔਰ ਕੈਪਟਨ ਸਾਹਿਬ ਤੇ ਬੀਜੇਪੀ ਸਾਰੇ ਇਕੱਠੇ ਹੀ ਨੇ। ਤੇ ਅਕਾਲੀ ਦਲ ਵੀ ਤੁਹਾਡੇ ਸਾਹਮਣੇ ਮਤਲਬ ਬੜਾ, ਜੇ ਬਿਕਰਮਜੀਤ ਮਜੀਠੀਆ ਉਹਨਾਂ ਦੇ ਕੋਈ ਪਰਚਾ ਦਰਜ ਹੋਇਆ ਤਾਂ ਸਭ ਤੋਂ ਵੱਧ ਪਰੇਸ਼ਾਨ ਕੈਪਟਨ ਸਾਹਿਬ ਹੋਏ। ਤੇ ਜੇ ਹੁਣ ਕੋਈ ਉਹਨਾਂ ਨੂੰ ਗੱਲ ਕਰਦਾ ਤਾਂ ਸਭ ਤੋਂ ਵੱਧ ਅਕਾਲੀ ਦਲ ਪਰੇਸ਼ਾਨ ਹੁੰਦਾ। ਉਹ ਕਹਿੰਦੇ ਜੀ ਨਹੀਂ, ਕੈਪਟਨ ਸਾਹਿਬ ਬਿਲਕੁਲ ਸਹੀ ਕਹਿੰਦੇ ਆ। ਸੋ ਇਹ ਸਾਰਾ ਕੁਝ ਤਾਮਝਾਮ ਜਿਹੜਾ ਉਹ ਰਲਿਆ। ਅੱਜ ਦੇਖੋ ਅੱਜ ਮੁੱਖ ਮੰਤਰੀ ਵਿਚਾਰੇ ਗਰੀਬ ਤੇ ਰੇਡ ਹੋਇਆ, ਤੇ ਅੱਜ ਚੋਰ ਤੱਕ, ਮਤਲਬ ਦੇਖੋ ਯਾਰ, ਤੁਸੀਂ ਉਹ ਕੇਜਰੀਵਾਲ ਜਿਹੜੇ ਕਹਿੰਦੇ ਸੀ ਮੈਂ ਆਪਣੀ ਨਿੱਕੀ ਜੀ ਗੱਡੀ ਰੱਖੂੰਗਾ, ਮੈਂ ਘਰ ਵੀ ਨਹੀਂ ਲੈਣਾ, ਮੈਂ ਸਿਕਿਉਰਿਟੀ ਵੀ ਨਹੀਂ ਲੈਣੀ, ਅੱਜ ਹਜ਼ਾਰਾਂ ਕਰੋੜ ਦੇ ਘਰ 'ਚ ਤੁਸੀਂ ਉੱਥੇ ਬੈਠੇ ਜੇ। ਉਹ ਯਾਰ ਤੁਹਾਨੂੰ ਪਚਿਆ ਹੀ ਨਹੀਂ। ਕੀ ਹੋ ਗਿਆ ਯਾਰ, ਫਿਰ ਕੀ ਹੋ ਗਿਆ ਯਾਰ, ਇਹ ਬਣਦੀ ਨਹੀਂ। ਉਹ 'ਚ ਕਾਬਲੀਅਤ ਉਹ ਬਣ ਗਿਆ। ਇਹ ਕਾਂਗਰਸ ਪਾਰਟੀ ਜਿਹੜਾ ਮੌਕਾ ਦਿੰਦੀ ਹੈ, ਕਿਉਂ ਇਹਨੇ ਪਰੇਸ਼ਾਨ ਹੋ ਗਏ ਜੇ? ਅੱਜ ਪੰਜਾਬ ਦਾ ਉਹ ਗਰੀਬ ਵਰਗ ਤੁਹਾਨੂੰ ਜਵਾਬ ਜ਼ਰੂਰ ਦਊਗਾ ਵੀ ਜੇ ਉਹਨਾਂ ਦਾ ਪੁੱਤ ਕਿਤੇ ਬਣ ਗਿਆ ਤੇ ਤੁਹਾਨੂੰ ਤਕਲੀਫ ਹੀ ਨਹੀਂ। ਬੀਜੇਪੀ ਨੂੰ ਵਿੱਚ ਅਕਾਲੀ ਦਲ ਨੂੰ ਕਿੰਨੇ ਖੁਸ਼ ਨੇ, ਕਿੰਨੇ ਭੰਗੜੇ ਪਾ ਰਹੇ ਨੇ ਵੀ ਉਹਦੇ ਚਲੋ ਫੜੇ ਗਏ 10 ਕਰੋੜ ਫੜੇ ਗਏ। ਇਹ ਤੇ ਅਸੀਂ ਜਾਵਾਂਗੇ ਨਾ 10 ਕਰੋੜ ਕਿਹੜੇ ਬੈਗਾਂ 'ਚ ਭਰ ਖੜੇ ਜੋ, ਜਿਹੜੇ ਬੈਗ ਜਾਂਦੇ ਸੀ ਉਹ ਖਾਲੀ ਸੀ ਕਿ ਭਰੇ ਸੀ? ਉਹ ਵਿਖਾ ਕੇ ਉਹਦਾ ਸਾਨੂੰ ਗਏ ਨੇ। ਤੁਹਾਡੀ ਈਡੀ, ਤੁਹਾਡੇ ਅਫਸਰ, ਤੁਹਾਡਾ ਹੀ ਸਿਸਟਮ ਤੁਸੀਂ ਆਪੇ ਕੱਢ ਕੇ ਬਾਹਰ ਰੱਖਤੇ। ਉਹਦਾ ਸਭ ਆਖਰੀ ਸਵਾਲ ਹੈ ਮੇਰਾ ਕਿ ਜਿਸ ਢੰਗ ਦੇ ਨਾਲ ਤੁਸੀਂ ਬੜਾ ਲੰਬਾ ਸਮਾਂ ਕੈਰੀਅਰ ਦੇ ਵਿੱਚ ਦੇਖਿਆ, ਅਸੀਂ ਵੀ ਦੇਖਿਆ, ਤੁਸੀਂ ਡਾਂਗਾਂ ਤੱਕ ਖਾਧੀਆਂ ਹੈ ਜਦੋਂ ਤੁਸੀਂ ਪ੍ਰੋਟੈਸਟ ਵਗੈਰਾ ਕੀਤੇ, ਔਰ ਲੰਬੇ ਉਤਾਰ ਚੜਾਅ ਤੁਸੀਂ ਦੇਖੇ, ਬਹੁਤ ਅਨੁਭਵ ਹੈ ਤੁਹਾਨੂੰ ਰਾਜਨੀਤੀ ਦਾ ਖਾਸ ਤੌਰ ਤੇ। ਹੁਣ ਪੰਜਾਬ ਦੇ ਵਿੱਚ ਜਿਸ ਢੰਗ ਦੇ ਨਾਲ ਰਾਜਨੀਤੀ ਹੋ ਰਹੀ ਹੈ, ਖਾਸ ਤੌਰ ਤੇ ਮੈਂ ਉਧਰ ਨਹੀਂ ਜਾਵਾਂਗਾ, ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਚੰਨੀ ਦੇ ਵਿੱਚ ਸੀਐਮ ਚਿਹਰੇ ਨੂੰ ਲੈ ਕੇ ਫਾਈਟ ਹੋ ਰਹੀ, ਕਿ ਇਹਦਾ ਨੁਕਸਾਨ ਕਾਂਗਰਸ ਪਾਰਟੀ ਨੂੰ ਝੱਲਣਾ ਪੈ ਸਕਦਾ? ਕੋਈ ਫਾਈਟ ਨਹੀਂ। ਦੇਖੋ ਨਵਜੋਤ ਸਿੰਘ ਸਿੱਧੂ ਬਹੁਤ ਵਧੀਆ ਬੰਦੇ ਨੇ, ਉਹਨਾਂ ਨੇ ਆਪਣਾ ਇੱਕ ਤਜਰਬੇ ਦੇ ਨਾਲ ਇੱਕ ਮਾਡਲ ਬਣਾਇਆ ਕਿ ਇਸ ਤਰੀਕੇ ਨਾਲ ਇੱਥੋਂ ਪੈਸੇ ਆਉਣਗੇ, ਇੱਥੇ ਦਿੱਤੇ ਜਾਣਗੇ। ਉਹ ਉਹਦੇ ਤੇ ਸਟੈਂਡ ਕਰਦੇ ਆ, ਔਰ ਬੜੀ ਬੇਬਾਕ ਤਰੀਕੇ ਦੇ ਨਾਲ ਉਹ ਆਪਣੀ ਗੱਲ ਪੰਜਾਬੀਆਂ ਦੀ ਰੱਖਦੇ ਆ। ਚੰਨੀ ਸਾਹਿਬ ਦਰਦ ਸਮਝਦੇ ਆ ਹਰ ਬੰਦੇ ਦਾ, ਕਿਉਂਕਿ ਉਹਨਾਂ ਨੇ ਉਸ ਸਿਸਟਮ ਚੋਂ ਲੰਘੇ ਨੇ, ਔਰ ਬੜੇ ਵਧੀਆ ਤਰੀਕੇ ਦੇ ਨਾਲ ਉਹ ਚੀਜ਼ਾਂ ਵੀ ਉਹਨਾਂ ਨੇ ਕਰ ਦਿੱਤੀਆਂ ਨੇ ਜਿਹੜੀਆਂ ਕਿਸੇ ਨੇ ਐਜੀਟੇਸ਼ਨ ਲੈ ਕੇ ਮੰਗੀਆਂ ਹੀ ਨਹੀਂ ਸੀ। ਪਰ ਹਾਲੇ ਤੱਕ ਸੀਐਮ ਚਿਹਰੇ ਨੂੰ ਲੈ ਕੇ ਹੱਲੇ ਵੀ ਡਰ ਲੋਕਾਂ 'ਚ ਬੜਿਆ। ਮੈਂ ਉਹੀ ਗੱਲ ਦੱਸਣ ਲੱਗਾ ਨਾ, ਸਾਡੀ ਕਾਂਗਰਸ ਹਾਈ ਕਮਾਂਡ ਨੇ ਫੈਸਲਾ ਕੀਤਾ, ਅਸੀਂ ਕਿਸੇ ਵੀ ਸਟੇਟ 'ਚ ਕਦੀ ਸੀਐਮ ਚਿਹਰਾ ਅਨਾਉਂਸ ਨਹੀਂ ਕੀਤਾ। ਕਾਂਗਰਸ ਹਾਈ ਕਮਾਂਡ ਨੇ ਫੈਸਲਾ ਕੀਤਾ ਆ ਕਿ ਕਲੈਕਟਿਵ ਲੀਡਰਸ਼ਿਪ, ਕਿਉਂਕਿ ਸਾਡੇ ਕੋਲ ਲੀਡਰ ਬੜੇ, ਇਹਨਾਂ ਵਿਚਾਰਿਆਂ ਕੋਲ ਤਾਂ ਲੀਡਰ ਹੀ ਕੋਈ ਨਹੀਂ ਹੈਗਾ। ਬਾਦਲ ਵੈਸੇ ਨਹੀਂ ਕੋਈ ਪੈਦਾ ਹੋਣ ਦਿੰਦਾ, ਉਹ ਕਹਿੰਦਾ ਮੇਰੇ ਤੋਂ ਅੱਗੇ ਕੋਈ ਗੱਲ ਕਰਕੇ ਵਿਖਾਓ। ਉਹ ਕਿਸੇ ਦਾ ਚਿਹਰਾ ਦੇਖਦਾ, ਉਹਨੂੰ ਕੋਈ ਚੰਦੂ ਮਾਜਰੇ ਦਾ ਚਿਹਰਾ ਦਿਖਾਈ ਦੇ ਕੇ ਦਿਖਾਓ, ਚੀਮਾ ਜੀ ਦੇ ਚਿਹਰੇ ਤੇ ਲੜ ਕੇ ਦਿਖਾਓ। ਤੇ ਲੜੋ ਨਾ ਕਿਸੇ ਦੇ, ਦੂਜੇ ਨੂੰ ਚਿਹਰਾ ਬਣਾਓਗਾ, ਤੁਸੀਂ ਚਿਹਰਾ ਬਣ ਨਹੀਂ ਦੇਣਾ। ਦੂਜੇ ਭਗਵੰਤ ਮਾਨ ਹੋਣੀ, ਭਗਵੰਤ ਮਾਨ ਜੀ ਨੂੰ ਮਾਈਨਸ ਕਰ ਦੋ, ਉਹਨਾਂ ਵਿਚਾਰਿਆਂ ਕੋਲ ਸੈਕੰਡ ਲੀਡਰ ਹੀ ਕੋਈ ਨਹੀਂ ਹੈਗਾ। ਉਹਨਾਂ ਕੋਲ ਸੈਕੰਡ ਲੀਡਰਸ਼ਿਪ ਹੀ ਨਹੀਂ ਹੈਗੀ। ਜੇ ਲੀਡਰਸ਼ਿਪ ਹੁੰਦੀ ਤਾਂ ਉਹ ਦਿੱਲੀ ਧਰਨੇ ਨਾ ਲਾਉਂਦੇ ਜਾ ਕੇ। ਲੀਡਰਸ਼ਿਪ ਹੁੰਦੀ, ਜੇ ਅਸੀਂ ਪੰਜਾਬ 'ਚ ਗਲਤੀਆਂ ਕੀਤੀਆਂ ਸਰਕਾਰ ਨੇ, ਤੁਸੀਂ ਲਗਾਤਾਰ ਸਾਡੇ ਵਿਰੁੱਧ ਧਰਨਾ ਲਾਉਂਦੇ ਹੋ। ਤੁਸੀਂ ਅੱਜ 2 ਮਹੀਨਿਆਂ ਬਾਅਦ ਪਹਿਲੋਂ ਇਲੈਕਸ਼ਨ 'ਚ ਸੋਸ਼ਲ ਮੀਡੀਆ ਰਾਹੀਂ ਇਲੈਕਸ਼ਨ ਜਿੱਤਣਾ ਚਾਹੁੰਦੇ ਜੇ। ਮਤਲਬ ਹੈ ਔਜਲਾ ਸਾਹਿਬ ਕਿ ਇਲੈਕਸ਼ਨ ਹੋਣ ਤੋਂ ਬਾਅਦ ਜਿਹੜਾ ਹੈ ਪਾਰਟੀ ਹਾਈ ਕਮਾਂਡ ਤੈਅ ਕਰੇਗੀ ਕਿ ਆਖਿਰਕਾਰ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਏਗਾ, ਕਿਉਂਕਿ ਲਗਾਤਾਰ ਹੋਲਡਿੰਗ ਬੋਰਡ ਇਹ ਲਗਾਏ ਨੇ ਕਿ ਚਰਨਜੀਤ ਚੰਨੀ ਜਿਹੜੇ ਨੇ ਇੱਕ ਵਾਰ ਮੌਕਾ ਦੇਣਾ ਚਾਹੀਦਾ, ਲੋਕਾਂ ਨੇ ਵਿਕਾਸ ਕੀਤਾ, ਚਰਨਜੀਤ ਚੰਨੀ ਕਰਦਾ ਮਸਲੇ ਹੱਲ। ਇਹ ਬੋਰਡ ਜਿਹੜੇ ਨੇ, ਸਲੋਗਨ ਜਿਹੜੇ ਨੇ ਉਹ ਬੋਰਡਾਂ ਦੇ ਉੱਤੇ ਆਮ ਦਿਖਦੇ ਪਏ ਨੇ, ਪਰ ਇਹਦਾ ਮਤਲਬ ਹੈ ਕਿ ਹਲੇ ਤੈਅ ਹੋਏਗਾ ਬਾਅਦ। ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹੀ ਨਾ, ਸਾਡੇ ਕੋਲ ਲੀਡਰਸ਼ਿਪ ਦੀ ਕਮੀ ਨਹੀਂ ਹੈਗੀ। ਕਾਂਗਰਸ ਪਾਰਟੀ ਕੋ ਨਵਜੋਤ ਸਿੱਧੂ ਨੇ, ਚਰਨਜੀਤ ਚੰਨੀ ਨੇ, ਜਾਖੜ ਸਾਹਿਬ ਨੇ, ਸੋਨੀ ਸਾਹਿਬ ਨੇ, ਸੁਖੀ ਰੰਧਾਵੇ ਨੇ, ਪ੍ਰਤਾਪ ਬਾਜਵਾ ਨੇ, ਰਮਨੀਤ ਬਿੱਟੂ ਨੇ, ਟੌਲੈਸਟ ਲੀਡਰ ਨੇ ਸਾਡੇ ਕੋਲ, ਕੋਈ ਕਮੀ ਨਹੀਂ ਹੈਗੀ। ਇਹ ਦੱਸਣ ਤੇ ਸਹੀ, ਅਸੀਂ ਟੌਲੈਸਟ ਲੀਡਰ ਦੇ ਹਰ ਇੱਕ ਲੀਡਰ ਨੂੰ ਪਸੰਦ ਕਰਦੇ ਨੇ, ਕਿਉਂਕਿ ਟੌਲੈਸਟ ਲੀਡਰ ਪਬਲਿਕ ਬਣਾਉਂਦੀ ਹੈ। ਸੋ ਹਰ ਇੱਕ ਨੂੰ ਪਸੰਦ ਕਰਦੇ, ਇਸ ਕਰਕੇ ਕਲੈਕਟਿਵ ਲੀਡਰਸ਼ਿਪ 'ਚ ਅਸੀਂ ਲੋਕ ਜਾ ਰਹੇ ਹਾਂ। ਸਾਡੀ ਪਾਰਟੀ ਨੇ ਫੈਸਲਾ ਕੀਤਾ ਹੈ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਸਾਫ਼ ਤੌਰ ਤੇ ਕਹਿੰਦੇ ਆਏ ਨੇ ਕਿ ਬੀਜੇਪੀ ਵੱਲੋਂ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਜਿਸ ਢੰਗ ਦੇ ਨਾਲ ਇੱਕ ਸਾਲ ਤੱਕ ਇਹਨਾਂ ਨੇ ਬੈਠ ਕੇ ਜਿਹੜਾ ਪ੍ਰੋਟੈਸਟ ਕੀਤਾ, ਤੇ ਉਸ ਤੋਂ ਬਾਅਦ ਕਿਸਾਨ ਅੰਦੋਲਨ ਨੂੰ ਲੈ ਕੇ ਇਹਨਾਂ ਨੇ ਆਪਣੀ ਰਾਏ ਕਾਇਮ ਕੀਤੀ ਹੈ ਕਿ ਜਿਸ ਢੰਗ ਦੇ ਨਾਲ ਪਹਿਲੇ ਕਿਸਾਨ ਅੰਦੋਲਨ ਕਰਦੇ ਨੇ, ਉਸ ਤੋਂ ਬਾਅਦ ਆਪਣੀ ਜਿਹੜੀ ਸਿਆਸੀ ਪਾਰਟੀ ਬਣਾ ਲੈਂਦੇ ਨੇ, ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੋ ਰਹੀ ਹੈ ਉਸ ਤੋਂ ਬੇਬਾਕ ਬੋਲਦੇ ਹੋਏ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਇੱਕ ਵਾਰ ਫਿਰ ਤੋਂ ਜਿਹੜੀ ਹੈ ਉਹ ਕਾਂਗਰਸ ਪਾਰਟੀ ਜਿਹੜੀ ਹੈ ਆਪਣੀ ਸੱਤਾ ਹਾਸਲ ਕਰੇਗੀ, ਕਿਉਂਕਿ ਪੰਜਾਬ ਦੇ ਵਿੱਚ ਚਰਨਜੀਤ ਚੰਨੀ ਦੇ ਨੇਤਰਤਵ ਦੇ ਵਿੱਚ ਪੰਜਾਬ ਨੇ ਵਿਕਾਸ ਕੀਤਾ, ਤੇ ਹੁਣ ਚਰਨਜੀਤ ਚੰਨੀ ਨੂੰ ਬਦਨਾਮ ਕਰਨ ਦੀ ਜਿਹੜੀ ਸਾਜ਼ਿਸ਼ ਹੈ ਉਹ ਰਚੀ ਜਾ ਰਹੀ, ਈਡੀ ਦੇ ਜ਼ਰੀਏ ਔਰ ਸੀਬੀਆਈ ਦੇ ਜ਼ਰੀਏ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਪੰਜਾਬ ਕਾਂਗਰਸ ਕਿਤੇ ਵੀ ਤਰ੍ਹਾਂ ਦੇ ਨਾਲ ਨਹੀਂ ਡਰੇਗੀ, ਤੇ ਜਿਸ ਢੰਗ ਦੇ ਨਾਲ ਜਿਹੜਾ ਇਹ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਦਾ ਜਵਾਬ ਜਿਹੜਾ ਹੈ ਉਹ ਕਾਂਗਰਸ ਪਾਰਟੀ ਵੱਲੋਂ ਦਿੱਤਾ ਜਾਏਗਾ। ਕੈਮਰਾ ਪਰਸਨ ਅਮਨ ਮਾਲ ਦੇ ਨਾਲ ਜਜਵੀਰ ਸਿੰਘ, ਇੰਡੀਆ ਨਿਊਜ਼, ਅੰਮ੍ਰਿਤਸਰ।